ਸਾਹਿਬ ਜੀ। ਗੁਰੂ ਨਾਨਕ ਅੰਗਦ ਗੁਰੂ, ਅਮਰਦਾਸ ਪਦ ਬੰਦ। ਰਾਮਦਾਸ ਅਰਜਨ ਗੁਰੂ, ਬਰ ਸ੍ਰੀ ਹਰਗੋਬਿੰਦ। ਹਰਿ ਰਾਇ ਹਰਿ ਕ੍ਰਿਸ਼ਨ ਗੁਰ, ਤੇਗ ਬਹਾਦਰ ਚੰਦ। ਦਸਵੇਂ ਗੋਬਿੰਦ ਸਿੰਘ ਗੁਰ, ਨਮੋ ਚਰਨ ਅਰਵਿੰਦ। ਏਕੰਕਾਰਾ ਸਤਿਗੁਰੂ, ਤਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਬਿਨਾਸਨ ਸੋਏ, ਕਹਾ ਬੁੱਧ ਪ੍ਰਭ ਤੁਛ ਹਮਾਰੀ। ਵਰਨ ਸਕਹਿ ਮਹਿਮਾ ਜੋ ਤਿਹਾਰੀ। ਹਮ ਨਾ ਸਕਤ ਕਰ ਸਿਫਤ ਤੁਮਾਰੀ। ਆਪ ਲੇਹੋ ਤੁਮ ਕਥਾ ਸੁਧਾਰੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਬਿਆਲੀ ਵੰਡੇ ਰਿੱਧ ਬਿੱਧ, ਸਤਿਗੁਰ ਸਭ ਸਿੱਧ। ਵੰਡੇ ਰਿੱਧ ਬਿੱਧ, ਸਤਿਗੁਰ ਸਭ ਸਿੱਧ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਚਵਰ ਛਤਰ ਤਖਤ ਦੇ ਮਾਲਕ, ਗੁਰਤਾ ਗੱਦੀ ਤੇ ਸੁਭਾਇਮਾਨ, ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ, ਹਜ਼ੂਰੇ ਅਨਵਰ, ਲੋਕ ਪਰਲੋਕ ਦੇ ਰੱਖਿਅਕ, ਬਾਣੀ ਗੁਰੂ, ਸ਼ਬਦ ਗੁਰੂ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੰਧਿਆ ਦੇ ਸਜੇ ਹੋਏ ਦੀਵਾਨ ਵਿੱਚ ਸਤਿਗੁਰਾਂ ਦੇ ਪਵਿੱਤਰ ਅਸਥਾਨ ਗੁਰਦੁਆਰਾ ਸ਼ਹੀਦ ਬਾਬਾ ਨਿਹਾਲ ਸਿੰਘ ਜੀ ਤੱਲਣ ਜਲੰਧਰ ਵਿਖੇ ਬੜੇ ਪਿਆਰ ਦੇ ਨਾਲ ਗੁਰੂ ਕੀ ਬਾਣੀ ਦਾ ਕੀਰਤਨ ਸਰਵਣ ਕੀਤਾ ਹੈ। ਸੰਧਿਆ ਦੇ ਸਮੇਂ ਨਿਤਨੇਮ ਦੀ ਬਾਣੀ, ਰਹਿਰਾਸ ਸਾਹਿਬ ਜੀ ਦੇ ਪਾਠ ਆਪਾਂ ਸਭਨਾਂ ਨੇ ਗੁਰੂ ਕੇ ਗ੍ਰੰਥੀ ਸਿੰਘ ਸਾਹਿਬ ਜੀ ਦੇ ਪਾਸੋਂ ਸਰਵਣ ਕੀਤੇ ਹੈ। ਉਪਰੰਤ ਜੋ ਸਤਿਗੁਰਾਂ ਦਾ ਸੋਹਣਾ ਸੁੰਦਰ ਪਵਿੱਤਰ ਜੀਵਨ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਨੇ ਸ਼੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਦੇ ਵਿੱਚ ਅੰਕਿਤ ਕੀਤਾ ਹੈ, ਲਿਖਿਆ ਹੈ ਬੜੀ ਭਾਵਨਾ ਦੇ ਨਾਲ।
ਆਪਣੀ ਸ਼ਰਧਾ ਦੇ ਫੁੱਲ ਭੇਟ ਕੀਤੇ ਹੈ। ਸਤਿਗੁਰੂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਅੰਮ੍ਰਿਤ ਕੇ ਦਾਤੇ ਸਰਬੰਸਦਾਨੀ ਸਤਿਗੁਰੂ ਜੀ ਦੇ ਪਵਿੱਤਰ ਜੀਵਨ ਇਤਿਹਾਸ ਦੀ ਲੜੀਵਾਰ ਕਥਾ ਆਪਾਂ ਰੋਜ਼ਾਨਾ ਇਸ ਵਕਤ ਸਰਵਣ ਕਰਦੇ ਹਾਂ। ਆਪ ਜੀ ਸਰਵਣ ਕਰ ਰਹੇ ਸੋ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦਾ ਅਨਿੰਨ ਸਿੱਖ ਭਾਈ ਵਿਸ਼ੰਬਰ ਦਾਸ ਉਜੈਨਪੁਰੀ ਤੋਂ ਚੱਲ ਕੇ ਆਪਣੇ ਪੁੱਤਰ ਹਰਗੋਪਾਲ, ਆਪਣੀ ਸਿੱਖਣੀ ਘਰਵਾਲੀ, ਸਮੁੱਚੇ ਕੁਟੁੰਬ ਦੇ ਸਹਿਤ, ਪਰਿਵਾਰ ਦੇ ਸਹਿਤ ਗੁਰੂ ਚਰਨਾਂ ਵਿੱਚ ਪੁੱਤਰ ਵੱਲੋਂ ਬਚਨ ਵੇਚਣ ਦੀ ਹੋਈ ਗਲਤੀ ਦੀ ਖਿਮਾ ਕਰਵਾਉਣ ਲਈ ਦੁਬਾਰਾ ਸਤਿਗੁਰੂ ਤੋਂ ਭਾਵਨਾ ਦਾ ਬਚਨ ਬਖਸ਼ਿਸ਼ ਵਜੋਂ ਲੈਣ ਦੇ ਲਈ ਦਰਸ਼ਨ ਕਰਨ ਹਿਤ ਆਇਆ। ਸਤਿਗੁਰੂ ਜੀ ਦੇ ਚਰਨਾਂ ਵਿੱਚ ਬੇਨਤੀ ਕਰਨ ਤੋਂ ਸਾਹਿਬ ਜੀ ਨੇ ਇਹਨੂੰ ਸਾਰੀ ਮਰਿਆਦਾ ਸਮਝਾਈ, ਕਿਵੇਂ ਕੜਾਹ ਪ੍ਰਸ਼ਾਦ ਦੀ ਦੇਗ ਤਿਆਰ ਕਰਨੀ ਹੈ, ਕਿਵੇਂ ਵਿਸ਼ੇਸ਼ ਕਾਰਜਾਂ ਦੇ ਲਈ ਅਰਦਾਸੀਏ ਸਿੰਘ ਨੂੰ, ਜੀਵਨ ਵਾਲੇ ਨੂੰ ਬੁਲਾ ਕੇ ਅਰਦਾਸ ਕਰਵਾਉਣੀ ਹੈ ਔਰ ਉਹਦੀ ਭਾਵਨਾ ਨਾਲ ਸੇਵਾ ਕਿੱਦਾਂ ਕਰਨੀ ਹੈ। ਇਸੇ ਪ੍ਰਕਾਰ ਜਿਸ ਵਕਤ ਇਹਨੇ ਬੇਨਤੀ ਕੀਤੀ, ਮਹਾਰਾਜ ਮੇਰਾ ਘਰ, ਮੇਰਾ ਗ੍ਰਾਮ, ਮੇਰਾ ਨਗਰ, ਮੇਰਾ ਦੇਸ਼ ਸ਼੍ਰੀ ਅਨੰਦਪੁਰ ਸਾਹਿਬ ਤੋਂ ਦੁਨਿਆਵੀ ਵਿੱਥ ਕਰਕੇ ਬਹੁਤ ਦੂਰ ਹੈ। ਵਾਰ-ਵਾਰ ਆਪ ਜੀ ਦੇ ਚਰਨਾਂ ਵਿੱਚ ਜਲਦੀ ਸਮੇਂ ਦੇ ਵਿੱਚ ਆ ਸਕਾਂ, ਪਹੁੰਚ ਸਕਾਂ, ਇਹ ਮੁਮਕਿਨ ਨਹੀਂ ਹੈ। ਸੋ ਆਪ ਜੀ ਕਿਰਪਾ ਕਰਕੇ ਮੈਨੂੰ ਗੁਰਮਤਿ ਮਰਿਆਦਾ, ਅਰਦਾਸ ਦੀ ਮਰਿਆਦਾ, ਇਹ ਸਾਰੀ ਕਿਰਪਾ ਕਰਕੇ ਸਮਝਾ ਦਿਓ। ਤਾਂ ਸਾਹਿਬ ਜੀ ਨੇ 101 ਵਿਸ਼ੇਸ਼ ਅਰਦਾਸਾਂ ਭਾਈ ਵਿਸ਼ੰਬਰ ਦਾਸ ਨੂੰ ਦੱਸੀਆਂ, ਜਿਨ੍ਹਾਂ ਨੂੰ ਲੜੀਵਾਰ ਭਾਈ ਸੰਤੋਖ ਸਿੰਘ ਜੀ ਨੇ ਇਹ 5ਵੀਂ ਰੁੱਤ ਦੇ ਵਿੱਚ ਲਿਖਿਆ ਹੈ, 14ਵੇਂ ਅੰਸੂ ਦੇ ਵਿੱਚ ਔਰ 15ਵੇਂ ਅੰਸੂ ਦੇ ਵਿੱਚ, ਜਿਹਦੇ ਵਿੱਚੋਂ ਆਪਾਂ ਹੁਣ ਤੱਕ 41 ਅਰਦਾਸਾਂ ਅਤੇ ਉਹਨਾਂ ਦੀ ਵਿਆਖਿਆ, ਉਹਨਾਂ ਦਾ ਵਿਸਥਾਰ ਪਿਛਲੇ ਹਫਤੇ ਤੋਂ ਹੀ ਲਗਾਤਾਰ ਸਰਵਣ ਕਰਦੇ ਆ ਰਹੇ ਹਾਂ। ਆਓ ਸਤਿਗੁਰੂ ਸੱਚੇ ਪਾਤਸ਼ਾਹ ਜੀ ਜਿਵੇਂ ਅੱਗੇ ਕਿਰਪਾ ਕਰ ਰਹੇ ਹੈ, ਵਿਸ਼ੰਬਰ ਦਾਸ ਨੂੰ ਅਰਦਾਸਾਂ ਦੀ ਬਖਸ਼ਿਸ਼ ਕਰ ਰਹੇ ਹੈ, ਇਹ ਸਿੱਖਿਆ ਦੇ ਰਹੇ ਹੈ, ਸ਼ੁਭ ਉਪਦੇਸ਼ ਦੇ ਰਹੇ ਹੈ, ਤੇ ਕਵੀ ਜੀ ਨੇ ਉਹਨਾਂ ਸ਼ਬਦਾਂ ਨੂੰ ਕਿਵੇਂ ਅੰਕਿਤ ਕੀਤਾ ਹੈ, ਪਿਆਰ ਦੇ ਨਾਲ ਸਰਵਣ ਕਰੀਏ ਜੀ। ਵਾਹਿਗੁਰੂ ਸਾਹਿਬ ਜੀ 42 ਵੰਡੇ ਰਿੱਧ ਬ੍ਰਿਧ ਸਤਿਗੁਰ ਸਭ ਸਿੱਧ। ਸਤਿਗੁਰੂ ਸੱਚੇ ਪਾਤਸ਼ਾਹ ਜੀ ਭਾਈ ਵਿਸ਼ੰਬਰ ਦਾਸ ਨੂੰ ਹੁਣ ਇਹ 42ਵੀਂ ਅਰਦਾਸ ਦੱਸ ਰਹੇ ਨੇ, 42 ਨੰਬਰ ਅਰਦਾਸ ਕਿ ਵੰਡੇ ਰਿੱਧ ਬ੍ਰਿਧ ਸਤਿਗੁਰ ਸਭ ਸਿੱਧ। ਹੇ ਸਤਿਗੁਰੂ ਜੀ, ਆਪ ਜੀ ਸਭ ਰਿੱਧਾਂ ਸਿੱਧਾਂ ਨਿੱਧਾਂ ਦੇ ਮਾਲਕ ਹੋ, ਬਖਸ਼ਿਸ਼ਾਂ ਕਰਨ ਵਾਲੇ ਹੋ। ਇਉਂ ਗੁਰੂ ਕੇ ਸਿੱਖ ਨੇ ਅਰਦਾਸ ਕਰਨੀ ਹੈ, ਜਦੋਂ ਵੰਡ ਵੰਡਾਰਾ ਕਰਦਾ ਹੋਵੇ, ਆਪਣੀ ਖੇਤੀ ਦੇ ਵਿੱਚ ਲੱਗੇ ਹੋਏ ਬੋਹਲ ਦਾ, ਕਿਉਂਕਿ ਖੇਤੀ ਕਈ ਲੋਕ ਤਾਂ ਜਿਹੜੇ ਖੁਦ ਕਰਦੇ ਉਹਨਾਂ ਨੂੰ ਤਾਂ ਵੰਡਣ ਦੀ ਲੋੜ ਹੀ ਨਹੀਂ ਪੈਂਦੀ, ਸਾਰੀ ਆਪਣੀ ਮਲਕੀਅਤ ਹੁੰਦੀ ਹੈ, ਉਹਨਾਂ ਦੀ ਆਪਣਾ ਹੱਕ ਹੁੰਦਾ ਹੈ। ਕਈ ਲੋਕ ਇਸ ਤਰ੍ਹਾਂ ਕਰਦੇ ਨੇ ਕਿ ਕਿਸੇ ਦੀ ਜ਼ਮੀਨ ਲੈ ਕੇ ਉਹਨੂੰ ਕਹਿੰਦੇ ਨੇ ਹਿੱਸੇ 'ਤੇ ਜ਼ਮੀਨ ਲੈ ਲੈਣੀ, ਜਿਵੇਂ ਅੱਧ ਦੇ ਉੱਤੇ ਉਹ ਖੇਤੀ ਕਰਦੇ ਹੈ।
ਤਾਂ ਗੁਰਮੁਖ ਪਿਆਰਿਓ, ਫਿਰ ਜ਼ਮੀਨ ਮਾਲਕ ਦੀ ਹੁੰਦੀ ਹੈ। ਖੇਤੀ ਕਰਨ ਵਾਲਾ ਜਿਹੜਾ ਕਿਸਾਨ, ਉਹ ਜਦੋਂ ਫਸਲ ਤਿਆਰ ਹੋ ਜਾਂਦੀ ਹੈ ਤੇ ਉਹਦੇ ਖਰਚੇ ਵਗੈਰਾ ਦਾ ਅੱਧ ਦਾ ਹਿਸਾਬ ਕਰਕੇ ਤੇ ਜਿਹੜੀ ਉਹ ਫਸਲ ਦਾ ਬੋਹਲ ਲੱਗ ਜਾਂਦਾ ਹੈ, ਭੰਡਾਰਾ ਲੱਗ ਜਾਂਦਾ ਹੈ, ਤਾਂ ਉਸ ਵੇਲੇ ਫਿਰ ਉਹਨੂੰ ਬਰਾਬਰ ਹਿੱਸਿਆਂ ਦੇ ਵਿੱਚ ਬੋਹਲ ਨੂੰ ਵੰਡਿਆ ਜਾਂਦਾ ਹੈ। ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਇਸ ਤਰ੍ਹਾਂ ਭੌਲੀ ਦੇ ਉੱਤੇ ਜਾਂ ਹਿੱਸੇ ਦੇ ਉੱਤੇ ਜਾਂ ਅੱਧ ਦੇ ਉੱਤੇ ਜਿਹੜੀ ਜ਼ਮੀਨ ਲਈ ਹੋਈ ਹੈ, ਤੇ ਜੇ ਗੁਰੂ ਕਾ ਸਿੱਖ ਜਦੋਂ ਉਹਨੂੰ ਵੰਡਣ ਲੱਗੇ ਬੋਹਲ ਨੂੰ, ਅੰਨ ਦੇ ਭੰਡਾਰ ਨੂੰ, ਉਹ ਢੇਰ ਲਾਵੇ ਬਰਾਬਰ ਬਰਾਬਰ ਦੇ ਕਰਕੇ, ਤਾਂ ਉਸ ਵੇਲੇ ਵੀ ਗੁਰੂ ਚਰਨਾਂ ਵਿੱਚ ਅਰਦਾਸ ਕਰੇ, ਵੰਡੇ ਰਿੱਧ ਬ੍ਰਿਧ, ਕਿ ਮਹਾਰਾਜ ਸੱਚੇ ਪਾਤਸ਼ਾਹ ਜੀ, ਜਿਹੜਾ ਵੰਡਿਆ ਹੋਇਆ ਹਿੱਸਾ ਮੇਰਾ ਮੈਨੂੰ ਮਿਲ ਰਿਹਾ, ਸੋ ਇਹਦੇ ਵਿੱਚ ਆਪ ਜੀ ਨੇ ਬ੍ਰਿਧੀ ਕਰਨੀ, ਬਰਕਤ ਪਾਉਣੀ। ਤੇ ਤਾਲੇ ਸਤਿਗੁਰ ਟੇਕ ਰਾਖ, ਦਿਖਾਵੈ ਸਿਦਕ ਸਾਖ। 43ਵੀਂ ਅਰਦਾਸ ਸਤਿਗੁਰੂ ਜੀ ਕਹਿੰਦੇ ਉਸ ਵੇਲੇ ਕਰਨੀ ਹੈ ਜਦੋਂ ਗੁਰੂ ਕਾ ਸਿੱਖ ਕਿਸੇ ਦੀ ਕੋਈ ਸਾਖ, ਕਿਸੇ ਦੀ ਉਗਾਹੀ ਦੇਣ ਜਾਵੇ, ਗਵਾਹੀ ਦੇਣ ਜਾਵੇ ਕਿਸੇ ਮੁਕੱਦਮੇ ਦੇ ਵਿੱਚ। ਗੁਰੂ ਚਰਨਾਂ ਵਿੱਚ ਅਰਦਾਸ ਕਰਨੀ ਹੈ, ਮਹਾਰਾਜ ਸੱਚੇ ਪਾਤਸ਼ਾਹ ਜੀ, ਮੈਨੂੰ ਤੁਹਾਡਾ ਆਸਰਾ ਹੈ, ਤੁਹਾਡੀ ਟੇਕ ਹੈ, ਤੁਸੀਂ ਆਪ ਮੈਨੂੰ ਰੱਖਿਓ, ਆਪ ਸਿਰ 'ਤੇ ਮੇਰੇ ਮਿਹਰ ਭਰਿਆ ਹੱਥ ਰੱਖਿਓ, ਤਾਂ ਕਿ ਮੈਂ ਸੱਚਾਈ ਦੇ ਨਾਲ ਖੜ ਸਕਾਂ, ਸੱਚੀ ਗਵਾਹੀ ਦੇ ਸਕਾਂ, ਤੇ ਆਪ ਜੀ ਮੈਨੂੰ ਇਸ ਤਰ੍ਹਾਂ ਦਾ ਸੱਚ ਦੇ ਉੱਤੇ ਨਿਭਣ ਦਾ, ਸੱਚ ਦੇ ਉੱਤੇ ਚੱਲਣ ਦਾ ਸਿਦਕ ਬਖਸ਼ਿਸ਼ ਕਰਿਓ। ਸੋ ਸਾਖ ਨਾਮ ਗਵਾਹੀ ਦਾ ਵੀ ਹੈ, ਤੇ ਜੇ ਦੂਜਾ ਅਰਥ ਕਰੀਏ ਤੇ ਸਾਖ ਕਹਿੰਦੇ ਹੈ ਜਿਵੇਂ ਕਿਸੇ ਦਾ ਕੋਈ ਕਾਰੋਬਾਰ ਕਿਸੇ ਨੇ ਚਲਾਇਆ ਤੇ ਉਹ ਕਾਰੋਬਾਰ ਵਿੱਚ ਵਾਧਾ ਕਰਕੇ ਉਹ ਹੋਰ ਉਹਨੂੰ ਵਧਾ ਲਵੇ, ਤੇ ਕਿਹਾ ਜਾਂਦਾ ਕਿ ਇਹਦੇ ਕੰਮਕਾਜ ਦੀ, ਇਹਦੇ ਕਾਰੋਬਾਰ ਦੀ ਸਾਖ ਵੱਧ ਗਈ ਹੈ। ਹੇ ਸਤਿਗੁਰੂ ਜੀ, ਤੁਹਾਡੀ ਟੇਕ ਲੈ ਕੇ, ਤੁਹਾਡਾ ਆਸਰਾ ਲੈ ਕੇ ਜੋ ਮੈਂ ਕਾਰਜ, ਜੋ ਮੈਂ ਬਿਜ਼ਨਸ, ਜੋ ਵਣਜ, ਜੋ ਵਪਾਰ, ਜੋ ਕੰਮਕਾਜ ਆਰੰਭਿਆ, ਸਤਿਗੁਰੂ ਜੀ ਕਿਰਪਾ ਕਰਿਓ ਇਹਦੀ ਸਾਖ ਵੱਧ ਜਾਵੇ, ਤੇ ਨਾਲ ਹੀ ਆਖਿਆ ਕਿ ਮੈਨੂੰ ਸਿਦਕ ਵੀ ਮੇਰਾ ਪੂਰਾ ਰਹੇ। ਇਹ ਨਹੀਂ ਕਿ ਕੰਮਕਾਰ ਦਾ ਬਹੁਤ ਜ਼ਿਆਦਾ ਪਸਾਰਾ ਹੋ ਗਿਆ ਤੇ ਮੁੜ ਕੇ ਸਿੱਖ ਸਿੱਖੀ ਸਿਦਕ ਤੋਂ ਡੋਲ ਜਾਵੇ, ਮਾਇਆ ਧਾਰੀ ਬਣ ਕੇ ਕਿਤੇ ਗੁਰੂ ਨੂੰ ਹੀ ਭੁੱਲ ਜਾਵੇ, ਗੁਰੂ ਦਾ ਸ਼ਬਦ ਹੀ ਨਾ ਸੁਣੇ, ਗੁਰੂ ਦਾ ਬਚਨ ਹੀ ਨਾ ਮੰਨੇ। ਨਹੀਂ ਮਹਾਰਾਜ, ਮੇਰਾ ਕਾਰੋਬਾਰ, ਮੇਰੀ ਸਾਖ ਵੀ ਵਧਾ ਦਿਓ, ਤੇ ਨਾਲ ਨਾਲ ਮੈਨੂੰ ਸਿੱਖੀ ਸਿਦਕ ਬਖਸ਼ਿਓ। ਮਤਾ ਕਿਤੇ ਐਸਾ ਹੋ ਜਾਵੇ ਕਿ ਮਾਇਆ ਧਾਰੀ ਅਤ ਅੰਨਾ ਬੋਲਾ, ਸ਼ਬਦ ਨਾ ਸੁਣਈ ਬਹੁ ਰੋਲ ਕਝੋਲਾ। ਕਿਤੇ ਮਾਇਆ ਧਾਰੀ ਹੋ ਕੇ ਮੈਂ ਤੁਹਾਡੇ ਸ਼ਬਦ ਤੋਂ, ਤੁਹਾਡੇ ਬਚਨ ਤੋਂ ਬੇਮੁਖ ਨਾ ਹੋ ਜਾਵਾਂ। ਮੇਰੀ ਸਾਖ ਵੀ ਵਧਾਓ ਕਾਰੋਬਾਰ ਦੀ, ਤੇ ਨਾਲ ਮੈਨੂੰ ਸਿੱਖੀ ਸਿਦਕ ਦੇ ਉੱਤੇ ਅਡੋਲ ਰਹਿਣ ਦਾ ਬਲ ਵੀ ਬਖਸ਼ੋ। ਇਹ ਅਰਦਾਸ ਗੁਰੂ ਚਰਨਾਂ ਵਿੱਚ ਕਰਨੀ ਹੈ, ਕਿਉਂਕਿ ਸਤਿਗੁਰੂ ਨੇ ਨਾ ਭਾਈ ਗੁਰੂ ਕੇ ਸਿੱਖ ਨੂੰ ਮਾਇਆ ਜੋੜਨ ਤੋਂ ਮਨਾ ਨਹੀਂ ਕੀਤਾ। ਆਪਾਂ ਕਈ ਵਾਰ ਸੋਚ ਲੈਂਦੇ ਆ ਕਿ ਸਤਿਗੁਰ ਨੇ ਆਖਿਆ ਮੋਹ ਮਾਇਆ ਤੋਂ ਦੂਰ ਰਹਿਣਾ ਹੈ। ਹਾਂ, ਮਾਇਆ ਦੇ ਮੋਹ ਤੋਂ ਜ਼ਰੂਰ ਦੂਰ ਕੀਤਾ ਹੈ। ਸਿੱਖ ਆਪਣਾ ਕਾਰੋਬਾਰ ਜਿੰਨਾ ਮਰਜ਼ੀ ਵਧਾਵੇ, ਲੱਖਾਂ ਕਰੋੜਾਂ ਅਰਬਾਂ ਖਰਬਾਂ ਦੇ ਵਿੱਚ ਲੈ ਜਾਵੇ, ਗੁਰੂ ਕਾ ਸਿੱਖ ਧਨੀ ਹੋਵੇਗਾ, ਗੁਰੂ ਕਾ ਸਿੱਖ ਅਮੀਰ ਹੋਵੇਗਾ, ਗੁਰੂ ਕਾ ਸਿੱਖ ਸਰਦਾ ਵਰਦਾ ਹੋਵੇਗਾ, ਤੇ ਹੋਰਨਾਂ ਦੀ ਵੀ ਮਦਦ ਕਰ ਸਕੇਗਾ, ਦਸਵੰਧ ਕੱਢ ਸਕੇਗਾ, ਆਪਣੇ ਕਿਸੇ ਹੋਰ ਭੈਣ ਭਰਾ ਨੂੰ ਡਿੱਗਦੇ ਨੂੰ ਢਾਰਸ ਦੇ ਸਕੇਗਾ। ਇਸ ਕਰਕੇ ਮਾਇਆ ਦੀ ਤਾਂ ਲੋੜ ਹੈ, ਮਾਇਆ ਗੁਜਰਾਨ ਹੈ, ਗੁਰੂ ਪਾਤਸ਼ਾਹ ਨੇ ਆਖਿਆ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਵੀ ਜਿਸ ਵੇਲੇ ਕਾਰੂਨ ਦੇ ਕੋਲ ਗਏ ਹਨ, ਤੇ ਸਤਿਗੁਰੂ ਨੇ ਕਾਰੂਨ ਦੇ 40 ਗੰਜ ਜਾਂ 45 ਗੰਜ ਜਿਹੜਾ ਇਤਿਹਾਸ ਵਿੱਚ ਜ਼ਿਕਰ ਆਉਂਦਾ ਹੈ, ਉਹਦੀ ਮਾਇਆ ਜੋੜਨ ਨੂੰ ਮਾੜਾ ਨਹੀਂ ਆਖਿਆ। ਇਹ ਨਹੀਂ ਆਖਿਆ ਕਿ ਇਹਨੇ 40 ਗੰਜ ਕਿਉਂ ਜੋੜੇ, ਇਹਨੂੰ ਮਾਇਆ ਜੋੜਨੀ ਨਹੀਂ ਚਾਹੀਦੀ ਸੀ।
ਸਤਿਗੁਰੂ ਕਹਿੰਦੇ ਧਰਮ ਦੀ ਕਿਰਤ ਕਰਦਾ ਗੁਰੂ ਕਾ ਸਿੱਖ ਮਾਇਆ ਜੋੜੇ, ਜਿੰਨਾ ਮਰਜੀ ਕਮਾਈ ਕਰੇ ਉਦਮ ਕਰੇਂਦਿਆ ਜੀਉ ਤੂੰ, ਕਮਾਵਦਿਆ ਸੁਖ ਪੁੰਚ, ਧਿਆਏਦਿਆ ਤੂੰ ਪ੍ਰਭੂ ਮਿਲ, ਨਾਨਕ ਉਤਰੀ ਚਿੰਤ। ਗੁਰਬਾਣੀ ਦੇ ਬਚਨ ਨੇ। ਸਤਿਗੁਰੂ ਕਹਿੰਦੇ ਮਾਇਆ ਨੂੰ ਇਕੱਤਰ ਕਰਨਾ ਆਪਣੀ ਹੱਕ ਸੱਚ ਦੀ ਕਮਾਈ ਦੇ ਨਾਲ, ਇਹਦੀ ਮਨਾਹੀ ਨਹੀਂ ਹੈ। ਕਾਰੂ ਬਾਦਸ਼ਾਹ ਕੋਲ ਜਿਸ ਵੇਲੇ ਪਹੁੰਚਦੇ ਐ ਸਾਹਿਬ ਜੀ, ਤੇ ਮੇਰੇ ਸਤਿਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਜਿਹੜਾ ਉੱਥੇ ਬਚਨ ਕੀਤਾ, ਆਪਾਂ ਇਤਿਹਾਸ ਦੇ ਵਿੱਚ ਇਹ ਸ਼ਬਦ ਪੜ੍ਹਦੇ ਆਂ। ਉਹ ਕਹਿੰਦੇ 40 ਗੰਜ ਜੋੜੇ ਨਾ ਰਾਖਿਓ ਈਮਾਨ, ਦੇਖੋ ਰੇ ਲੋਗੋ ਕਾਰੂ ਹੋਤਾ ਪਰੇਸ਼ਾਨ। ਸਤਿਗੁਰੂ ਕਹਿੰਦੇ ਨੇ 40 ਗੰਜ ਜੋੜੇ, ਕੋਈ ਮਾੜੀ ਗੱਲ ਨਹੀਂ। ਮਾੜੀ ਗੱਲ ਕੀ ਹੋਈ? ਸਤਿਗੁਰੂ ਕਹਿੰਦੇ ਨਾ ਰਾਖਿਓ ਈਮਾਨ। ਇਹ ਆਪਣੇ ਈਮਾਨ ਦੇ ਉੱਤੇ, ਆਪਣੇ ਧਰਮ ਦੇ ਉੱਤੇ, ਆਪਣੇ ਹੱਕ ਸੱਚ ਦੇ ਉੱਤੇ ਪੂਰਾ ਨਹੀਂ ਉਤਰਿਆ, ਇਸ ਕਰਕੇ ਇਹਦੀ ਇਹ ਮਾੜੀ ਗੱਲ ਹੈ। 40 ਗੰਜ ਜੋੜੇ ਨਾ ਰਾਖਿਓ ਈਮਾਨ, ਦੇਖੋ ਰੇ ਲੋਗੋ ਕਾਰੂ ਹੋਤਾ ਪਰੇਸ਼ਾਨ। ਮਹਾਰਾਜ ਨੇ ਉਹਦੇ 40 ਗੰਜ ਜੋੜਨ ਨੂੰ ਮਾੜਾ ਨਹੀਂ ਆਖਿਆ। ਮਹਾਰਾਜ ਸੱਚੇ ਪਾਤਸ਼ਾਹ ਤਾਂ ਆਪ ਜਦੋਂ ਪਰਮੇਸ਼ਰ ਦੇ ਅਕਾਲ ਪੁਰਖ ਦੇ ਚਰਨਾਂ ਦੇ ਵਿੱਚ ਬੇਨਤੀ ਕਰਦੇ ਆ ਤੇ ਕਹਿੰਦੇ ਨੇ ਮੋਤੀ ਤਾਂ ਮੰਦਰ ਉਸਰਹਿ, ਰਤਨੀ ਤਾਂ ਹੋਏ ਜੜਾਓ, ਕਸਤੂਰ ਕੁੰਗੂ ਅਗਰ ਚੰਦਨ ਲੀਪ ਆਵੈ ਚਾਓ। ਕਹਿੰਦੇ ਇਸ ਤਰ੍ਹਾਂ ਦੀਆਂ ਸਭ ਵਸਤੂਆਂ ਮੇਰੇ ਕੋਲ ਹੋਣ, ਮੈਂ ਇਹਨਾਂ ਤੋਂ ਸਖਣਾ ਨਾ ਹੋਵਾਂ। ਅਕਾਲ ਪੁਰਖ ਵਾਹਿਗੁਰੂ ਬਖਸ਼ਿਸ਼ ਕਰ, ਮੋਤੀਆਂ ਦੇ ਮਹਿਲ ਉਸਰ ਜਾਣ, ਰਤਨਾਂ ਦੇ ਨਾਲ ਉਹ ਜੜੇ ਹੋਣ, ਕਸਤੂਰੀ ਕੁੰਗੂ ਕੇਸਰ ਇਤਿਆਦਿਕ ਵਸਤੂਆਂ ਦੀ ਉਸ ਮਹਿਲ ਦੇ ਵਿੱਚੋਂ ਸੁਗੰਧੀ ਆਉਂਦੀ ਹੋਵੇ, ਲੇਪਣ ਕੀਤਾ ਹੋਵੇ ਕੰਧਾਂ ਦੇ ਉੱਤੇ, ਬਹੁਤ ਮਹਿੰਗਾ ਚੰਦਨ। ਪਰ ਇੰਨਾ ਜ਼ਿਆਦਾ ਅਮੀਰ ਕੋਈ ਹੋ ਜਾਵੇ ਕਿ ਉਹਦੀਆਂ ਕੰਧਾਂ ਵੀ ਚੰਦਨ ਦੇ ਨਾਲ ਲੇਪ ਕੀਤੇ ਵਾਲੀਆਂ ਹੋਣ, ਮਕਾਨ ਦੀਆਂ ਲੀਪ ਆਵੈ ਚਾਓ। ਤੇ ਐਸੇ ਸੁੰਦਰ ਘਰ ਨੂੰ, ਮਹੱਲ ਨੂੰ ਵੇਖ ਕੇ ਮਨ ਦੇ ਵਿੱਚ ਖੁਸ਼ੀ ਆਉਣੀ, ਇਹ ਤੇ ਗੁਰਮੁਖੋ ਕੁਦਰਤੀ ਗੱਲ ਆ ਨਾ। ਘਰ-ਬਾਰ ਚੰਗਾ ਹੋਵੇਗਾ ਤਾਂ ਬੰਦੇ ਦਾ ਮਨ ਪ੍ਰਸੰਨ ਹੀ ਰਹੇਗਾ। ਸਭ ਕੁਝ ਪਦਾਰਥ ਘਰ ਵਿੱਚ ਪਏ ਹੋਣ, ਕਿਸੇ ਤਰ੍ਹਾਂ ਦਾ ਕੋਈ ਫਿਕਰ ਫਾਕਾ ਨਾ ਹੋਵੇ। ਲੀਪ ਆਵੈ ਚਾਓ, ਤੇ ਉਸ ਮਹੱਲ ਨੂੰ, ਮੋਤੀਆਂ ਦੇ ਬਣੇ ਹੋਏ ਮਹਿਲ ਨੂੰ ਵੇਖ ਕੇ ਮਨ ਬੜਾ ਚਾਓ ਦੇ ਵਿੱਚ ਆਵੇ, ਮਨ ਬੜਾ ਖੁਸ਼ ਹੋਵੇ। ਇਹ ਸਭ ਕੁਝ ਹੋ ਜਾਵੇ, ਪਰ ਸਤਿਗੁਰੂ ਜੀ ਕਹਿੰਦੇ ਮਤ ਦੇਖ ਭੂਲਾ ਵੀਸਰੈ, ਤੇਰਾ ਚਿੱਤ ਨਾ ਆਵੈ ਨਾਓ। ਮਹਾਰਾਜ ਸੱਚੇ ਪਾਤਸ਼ਾਹ ਅਕਾਲ ਪੁਰਖ ਵਾਹਿਗੁਰੂ, ਕਿਤੇ ਮੈਂ ਸਿਦਕ ਨਾ ਡੋਲ ਜਾਵਾਂ, ਕਿਤੇ ਇਹਨਾਂ ਵਸਤੂਆਂ ਨੂੰ ਵੇਖ ਕੇ ਮੇਰਾ ਮਨ ਨਾ ਭੁੱਲ ਜਾਵੇ, ਕਿਤੇ ਤੇਰਾ ਨਾਂ ਹੀ ਚੇਤੇ ਦੇ ਵਿੱਚੋਂ ਵਿਸਰ ਜਾਵੇ। ਇਸ ਤਰ੍ਹਾਂ ਦਾ ਨਹੀਂ ਹੋਣਾ ਚਾਹੀਦਾ। ਸੋ ਇੱਥੇ ਸਤਿਗੁਰੂ ਜੀ ਕਹਿੰਦੇ ਸਾਖ ਵੀ ਵੱਧ ਜਾਏ ਕਾਰੋਬਾਰ ਦੀ, ਤੇ ਗੁਰੂ ਕੇ ਸਿੱਖ ਨੇ ਅਰਦਾਸ ਬੇਨਤੀ ਕਰਨੀ ਆ, ਮਹਾਰਾਜ ਮੇਰਾ ਸਿਦਕ ਅਡੋਲ ਰਹੇ। 44 ਗੁਪਤ ਕਾਮ ਅੰਤਰਜਾਮੀ ਸਫਲ ਜਾਨ। ਸਤਿਗੁਰੂ ਕਹਿੰਦੇ ਜੇ ਕੋਈ ਤੂੰ ਗੁਪਤ ਕਾਰਜ ਕਰਨਾ ਲੋੜਦਾ, ਕਿਸੇ ਨੂੰ ਦੱਸਣਾ ਨਹੀਂ ਚਾਹੁੰਦਾ, ਕਿਉਂਕਿ ਕਈ ਕਾਰਜ ਹੁੰਦੇ ਐ ਆਪਾਂ ਦੁਨੀਆ ਤੋਂ ਲੁਕਾ ਛਪਾ ਕੇ ਉਹ ਕਰਦੇ ਆ, ਹਾਲਾਂਕਿ ਕਾਰਜ ਚੰਗੇ ਹੁੰਦੇ ਐ, ਪਰ ਮਨ ਦੇ ਵਿੱਚ ਇਹ ਖਿਆਲ ਹੁੰਦਾ ਹੈ ਕਿ ਮਨਮੁਖ ਲੋਕ ਐ, ਐਵੇਂ ਸਾਡੀ ਕਾਮਯਾਬੀ ਦੇ ਉੱਤੇ ਹੌਕਾ ਖਿੱਚਣਗੇ। ਇਹ ਨਾ ਹੋਵੇ ਕਿ ਸਾਡਾ ਜਿਹੜਾ ਇਹ ਬਣਦਾ ਕੰਮ ਕਿਤੇ ਵਿਗੜ ਜਾਵੇ, ਲੋਕ ਹਾਸੀ ਕਰਨਗੇ, ਮਖੌਲ ਕਰਨਗੇ। ਇਸ ਕਰਕੇ ਆਪਾਂ ਕਈ ਕਾਰਜਾਂ ਨੂੰ ਗੁਪਤ ਰੱਖਦੇ ਹਾਂ। ਸਤਿਗੁਰੂ ਜੀ ਕਹਿੰਦੇ ਇਸ ਤਰ੍ਹਾਂ ਦਾ ਕੋਈ ਗੁਪਤ ਕਾਰਜ ਕਰਨਾ ਹੋਵੇ, ਜਿਵੇਂ ਤੁਸੀਂ ਇੱਥੇ ਆਉਂਦੇ ਹੋ ਸਤਿਗੁਰਾਂ ਦੇ ਅਸਥਾਨ ਦੇ ਉੱਤੇ ਬੇਨਤੀਆਂ ਕਰਦੇ ਹੋ, ਮਹਾਰਾਜ ਸੱਚੇ ਪਾਤਸ਼ਾਹ ਸਾਡੇ ਬੱਚੇ ਬੱਚੀ ਦਾ ਵੀਜ਼ਾ ਮਿਲ ਜਾਵੇ, ਇਹਨੂੰ ਪਰਮਿਸ਼ਨ ਮਿਲ ਜਾਵੇ ਵਿਦੇਸ਼ ਦੇ ਵਿੱਚ ਜਾਣ ਦੀ, ਰਹਿਣ ਦੀ, ਕੰਮ ਕਾਜ ਕਰਨ ਦੀ। ਤੇ ਆਪਾਂ ਛੇਤੀ ਕੀਤੇ ਗੁਆਂਢੀਆਂ ਨੂੰ ਦੱਸਦੇ ਨਹੀਂ ਵੀ ਜਦੋਂ ਕੰਮ ਬਣ ਗਿਆ, ਸਾਡਾ ਬੱਚਾ ਜਾਂ ਬੱਚੀ ਉੱਥੇ ਪਹੁੰਚ ਗਿਆ, ਕੰਮ ਤੇ ਲੱਗ ਗਿਆ, ਫੇਰ ਗੱਲ ਕਰਾਂਗੇ। ਸਤਿਗੁਰੂ ਜੀ ਕਹਿੰਦੇ ਇੱਦਾਂ ਦਾ ਕੋਈ ਗੁਪਤ ਕੰਮ ਕਰਨਾ ਹੋਵੇ ਤਾਂ ਉਹ ਗੁਪਤ ਕੰਮ ਦੀ ਜਦੋਂ ਅਰਦਾਸ ਕਰਨੀ ਹੈ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਵਿੱਚ ਕਿ ਹੇ ਅੰਤਰਜਾਮੀ, ਮੈਂ ਇਹ ਦੁਨੀਆ ਤੋਂ ਗੁਪਤ ਰੱਖ ਰਿਹਾ, ਪਰ ਆਪ ਜੀ ਤਾਂ ਅੰਤਰਜਾਮੀ ਹੋ, ਅੰਦਰ ਦੀਆਂ ਜਾਣਨ ਵਾਲੇ ਹੋ। ਘਟ ਘਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਨਤ, ਭੂਤ ਭਵਿੱਖ ਭਵਾਨ ਕਹਾਣੀ, ਘਟ ਘਟ ਕੇ ਪਟ ਪਟ ਕੀ ਜਾਨੀ।
ਜੋ ਵਾਹਿਗੁਰੂ ਪਰਮੇਸ਼ਰ ਸਾਡੇ ਅੰਦਰ ਦੀਆਂ ਜਾਣਦਾ ਹੈ, ਉਹਦੇ ਚਰਨਾਂ ਵਿੱਚ ਅਰਦਾਸ ਕਰਨੀ, ਮਹਾਰਾਜ ਆਪ ਜੀ ਮੇਰਾ ਇਹ ਗੁਪਤ ਜਿਹੜਾ ਕਾਰਜ ਹੈ ਅੰਤਰਜਾਮੀ ਸਫਲ ਜਾਣ, ਆਪ ਜੀ ਕਿਰਪਾ ਕਰੋ, ਮੇਰੇ ਇਸ ਗੁਪਤ ਕੰਮ ਨੂੰ ਆਪ ਜੀ ਸਫਲਾ ਕਰ ਦੇਵੋ। 45 ਬਾਹਰ ਏਕ ਊਤ ਧਾਵੈ, ਜਾਹਰ ਪਰਦੇਸ ਜਾਵੈ। ਫਿਰ ਸਤਿਗੁਰੂ ਕਹਿੰਦੇ 35ਵੀਂ ਅਰਦਾਸ ਕਦੋਂ ਕਰਨੀ ਹੈ? ਇੱਕ ਤੂੰ ਪਹਿਲਾਂ ਤੇ ਕਰਨੀ ਹੈ ਅਰਦਾਸ ਜੇ ਤੂੰ ਗੁਪਤ ਰੱਖਣਾ ਚਾਹੁੰਦਾ ਇਹ ਕਾਰਜ ਨੂੰ, ਤੇ ਜੇ ਤੂੰ ਪ੍ਰਤੱਖ ਜ਼ਾਹਰਾ ਤੌਰ ਦੇ ਉੱਤੇ ਕੋਈ ਇੱਧਰ ਉੱਧਰ ਜਾਣਾ ਹੈ, ਤੈਨੂੰ ਜਾਣਾ ਆਉਣਾ ਪੈਂਦਾ ਹੈ, ਤੇ ਇਸੇ ਤਰ੍ਹਾਂ ਹੀ ਜ਼ਾਹਰ ਪਰਦੇਸ ਜਾਵੈ। ਜੇ ਤੂੰ ਜ਼ਾਹਰਾ ਤੌਰ 'ਤੇ ਪ੍ਰਤੱਖ ਤੌਰ 'ਤੇ ਸਾਰਿਆਂ ਨੂੰ ਦੱਸ ਕੇ ਸਾਰਿਆਂ ਨੂੰ ਖਬਰਸਾਰ ਦੇ ਕੇ ਪਰਦੇਸ ਜਾਣਾ ਚਾਹੁੰਦਾ ਹੈ, ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਅਰਦਾਸ ਕਰ ਕਿ ਉਹ ਤੇਰੇ ਹਰ ਜਗ੍ਹਾ ਸਹਾਈ ਹੋਣ। ਸਿਆਲਵੀ ਘਰ ਫੂਟ ਮੈਂ ਘਰ ਸਭ ਬਿਹਾਲ, ਭਗਤ ਪ੍ਰਤਪਾਲ। ਕਹਿੰਦੇ ਜੇਕਰ ਬਦਕਿਸਮਤੀ ਦੇ ਨਾਲ ਘਰ ਦੇ ਵਿੱਚ ਫੁੱਟ ਪੈ ਜਾਵੇ, ਆਪਸ ਦੇ ਵਿੱਚ ਪਰਿਵਾਰ ਦੇ ਜੀਆਂ ਦੀ ਨਾ ਬਣੇ, ਉਸ ਵੇਲੇ ਵੀ ਅਰਦਾਸ ਗੁਰੂ ਚਰਨਾਂ ਵਿੱਚ ਕਰਨੀ ਹੈ। ਇਹ ਨਹੀਂ ਕਿ ਜੇ ਆਪਸ ਵਿੱਚ ਬਣਦੀ ਨਹੀਂ ਤੇ ਗੁਆਂਢੀਆਂ ਦੇ ਕੋਲ ਜਾ ਕੇ ਗੱਲਬਾਤ ਕਰੋ, ਤੇ ਉਹਨਾਂ ਨੇ ਸਗੋਂ ਲੜਾਈ ਸਮੇਟਣ ਦੀ ਜਗ੍ਹਾ ਕਈ ਬੰਦੇ ਇੱਦਾਂ ਦੇ ਹੁੰਦੇ ਆ, ਉਹ ਹੋਰ ਵਧਾ ਦਿੰਦੇ ਆ। ਚਾਰ ਤੈਨੂੰ ਕਹਿਣਗੇ, ਚਾਰ ਤੇਰੇ ਭਰਾ ਨੂੰ ਕਹਿਣਗੇ, ਉਹਨਾਂ ਨੇ ਗੱਲਬਾਤ ਪੁਆੜਾ ਜਿਹੜਾ ਵਧਾ ਦੇਣਾ ਹੈ। ਉਸ ਵੇਲੇ ਕੀ ਕਰਨਾ ਹੈ? ਕਹਿੰਦੇ ਜੇ ਘਰ ਦੇ ਵਿੱਚ ਫੁੱਟ ਪੈ ਜਾਵੇ, ਕਿਉਂਕਿ ਫੁੱਟ ਤਾਂ ਮਾੜੀ ਆ ਨਾ ਭਾਈ, ਇਹ ਫੁੱਟ ਦੇ ਕਾਰਨ ਹੀ ਰਾਵਣ ਵਰਗਾ ਚਾਰ ਵੇਦਾਂ ਦਾ ਗਿਆਤਾ ਵਿਭੀਸ਼ਣ ਦੇ ਨਾਲ ਫੁੱਟ ਪਈ, ਤੇ ਗੁਰਮੁਖ ਪਿਆਰਿਓ ਉਹ ਸੋਨੇ ਦੀ ਲੰਕਾ ਵਾਲੇ ਰਾਵਣ ਦਾ ਅੰਤ ਇਸ ਫੁੱਟ ਦੇ ਕਾਰਨ ਹੋਇਆ। ਬੋਲੋ ਸਤਨਾਮ ਸ਼੍ਰੀ ਵਾਹਿਗੁਰੂ। ਫੁੱਟ ਦਾ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਇਹ ਬਹੁਤ ਮਾੜੀ ਆ ਫੁੱਟ ਪੈਣੀ, ਰੱਬ ਨਾ ਕਰੇ ਕਿਸੇ ਦੇ ਘਰ ਵਿੱਚ ਇਦਾਂ ਦੀ ਗੱਲਬਾਤ ਹੋਵੇ, ਪਰ ਦੁਨਿਆਵੀ ਜੀਵ ਹਾਂ, ਕਈ ਵਾਰ ਹੋ ਜਾਂਦੀਆਂ ਗੱਲਾਂ ਬਾਤਾਂ, ਮਿਸਅੰਡਰਸਟੈਂਡਿੰਗ ਹੋ ਜਾਂਦੀ ਹੈ, ਗਲਤ ਫਹਿਮੀਆਂ ਪੈਦਾ ਹੋ ਜਾਂਦੀਆਂ। ਤੇ ਜੇ ਕਦੇ ਇਦਾਂ ਦਾ ਸਮਾਂ ਬਣ ਆਵੇ, ਇਦਾਂ ਦਾ ਮਾਹੌਲ ਬਣ ਜਾਵੇ, ਤਾਂ ਭਾਈ ਗੁਰੂ ਚਰਨਾਂ ਦੇ ਵਿੱਚ ਆ ਕੇ ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਅਰਦਾਸ ਕਰੋ। ਘਰ ਸਭ ਬਿਹਾਲ, ਤੇਰੇ ਘਰ ਦਾ ਜਿਹੜਾ ਬੁਰਾ ਹਾਲ ਹੋ ਜਾਵੇ, ਬੇਹਾਲੀ ਪੈਦਾ ਹੋ ਜਾਵੇ, ਭਗਤ ਪ੍ਰਤਪਾਲ, ਤਾਂ ਉਸ ਵੇਲੇ ਅਰਦਾਸ ਬੇਨਤੀ ਕਰੀ ਹੇ ਭਗਤਾਂ ਦੀ ਪ੍ਰਤਪਾਲਣਾ ਕਰਨ ਵਾਲੇ, ਆਪਣੇ ਸੇਵਕਾਂ ਦੀ ਲੱਜਾ ਪੈਜ ਰੱਖਣ ਵਾਲੇ, ਪਾਲਣਾ ਕਰਨ ਵਾਲੇ ਪਰਮੇਸ਼ਰ, ਮੇਰੇ ਘਰ ਦੇ ਵਿੱਚ ਸੁੱਖਾਂ ਦੀ ਬਹਾਲੀ ਹੋ ਜਾਵੇ, ਘਰ ਦੇ ਵਿੱਚੋਂ ਫੁੱਟ ਖਤਮ ਹੋ ਜਾਵੇ। 47ਵੀਂ ਅਰਦਾਸ ਸਤਿਗੁਰੂ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਕੀ ਕਰਨੀ ਹੈ? ਜਾਣੇ ਅਕਰਖ ਟੇਕ ਰਾਖਾ ਤੁਮੀ ਏਕ। ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਜੇਕਰ ਤੂੰ ਖਜ਼ਾਨਾ ਜਿਹੜਾ ਤੇਰੇ ਘਰ ਦੇ ਵਿੱਚ ਧਨ ਦੌਲਤ ਹੈ, ਉਹ ਖਜ਼ਾਨੇ ਦੇ ਵਿੱਚੋਂ ਕੁਝ ਮਾਇਆ ਤੂੰ ਆਕਰਖਣ ਨਾਮ ਹੈ ਖਿੱਚਣ ਦਾ, ਆਕਰਸ਼ਣ ਕਰਨ ਦਾ, ਉਹਦੇ ਵਿੱਚੋਂ ਕੁਝ ਮਾਇਆ ਕੱਢਣੀ ਹੋਵੇ, ਲੈਣੀ ਹੋਵੇ ਵਾਪਸ, ਤੇ ਜਾਂ ਟੇਕ ਉਹਦੇ ਵਿੱਚ ਟਿਕਾਉਣੀ ਹੋਵੇ ਖਜ਼ਾਨੇ ਦੇ ਵਿੱਚ, ਜਾਂ ਬੈਂਕ ਦੇ ਵਿੱਚ ਕਹਿ ਲਓ ਤੂੰ ਕੋਈ ਪੈਸਾ ਰੱਖਣਾ, ਜਾਂ ਕਿਸੇ ਸ਼ਾਹੂਕਾਰ ਦੇ ਪਾਸ ਕਿਸੇ ਕੋਲ ਆਪਣਾ ਧਨ ਪਦਾਰਥ ਰੱਖਣਾ ਚਾਹੁੰਦਾ ਹੈ, ਜਾਂ ਉਹਦੇ ਤੋਂ ਲੈਣਾ ਚਾਹੁੰਦਾ ਹੈ, ਤਾਂ ਉਸ ਵੇਲੇ ਵੀ ਗੁਰੂ ਚਰਨਾਂ ਵਿੱਚ ਅਰਦਾਸ ਕਰਕੇ ਜਾ ਕਿ ਕਿਸੇ ਤਰ੍ਹਾਂ ਦਾ ਰੌਲਾ ਰੱਪਾ ਨਾ ਪਵੇ, ਤੇ ਜਿਹੜੀ ਮਾਇਆ ਮੈਂ ਲੈ ਕੇ ਆ ਰਵਾਂ ਕਿਤੇ ਰਾਹ ਵਿੱਚ ਡਿੱਗ ਨਾ ਪਵੇ, ਕਿਤੇ ਚੋਰੀ ਨਾ ਹੋ ਜਾਵੇ, ਕੋਈ ਲੁੱਟ ਨਾ ਲਵੇ, ਇਹਦੇ ਤੇ ਡਾਕਾ ਨਾ ਪੈ ਜਾਵੇ, ਈਵਨ ਕਿਸੇ ਇਹ ਮਾੜੇ ਕਾਰਜ ਦੇ ਉੱਤੇ ਨਾ ਖਰਚ ਹੋ ਜਾਵੇ, ਚੰਗੇ ਕਾਰਜਾਂ ਦੇ ਉੱਤੇ ਲੱਗੇ ਜਿਹੜੀ ਮਾਇਆ ਹੈ। ਉਸ ਵੇਲੇ ਵੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਖਜ਼ਾਨੇ ਆਕਰਖ ਟੇਕ ਰਾਖਾ ਤੂੰ ਹੀ ਏਕ, ਕਹਿਣਾ ਪਰਮੇਸ਼ਰ ਤੂੰ ਹੀ ਇਕੱਲਾ ਰਾਖਾ ਹੈ, ਰੱਖਿਆ ਕਰਨ ਵਾਲਾ ਹੈ ਮੇਰੇ ਇਹ ਖਜ਼ਾਨੇ ਦੀ ਔਰ ਮੇਰੀ, ਔਰ ਇਸ ਮਾਇਆ ਨੂੰ ਸਫਲੀ ਕਰਨ ਵਾਲਾ ਵੀ ਤੂੰ ਹੀ ਹੈ।
ਇਹ ਸਤਿਗੁਰੂ ਦੇ ਚਰਨਾਂ ਵਿੱਚ ਅਰਦਾਸ ਕਰਨੀ ਹੈ। 48 ਰੋਗ ਜੁਰੇ ਸਤਿਗੁਰ ਸ਼ਾਂਤ ਸਿੱਖ ਕੋ ਅਨਾਗਤ। ਸਤਿਗੁਰੂ ਜੀ ਕਹਿੰਦੇ ਜੇ ਕਦੇ ਇਦਾਂ ਦਾ ਸਮਾਂ ਬਣ ਆਵੇ ਕਿ ਰੋਗ ਜੁਰੇ, ਜਿਹੜਾ ਇਹ ਵਬਾ ਦਾ ਰੋਗ ਹੋ ਜਾਂਦਾ ਹੈ, ਕਈ ਬਿਮਾਰੀਆਂ ਇਕੱਠੀਆਂ ਲੱਗ ਜਾਂਦੀਆਂ ਨਾ ਮਨੁੱਖ ਨੂੰ। ਮੰਨ ਲਓ ਕਿਸੇ ਨੂੰ ਹੈਜ਼ਾ ਹੋ ਗਿਆ ਤੇ ਉਹਨੇ ਜੋ ਖਾਧਾ ਪੀਤਾ ਤੇ ਉਹਦੇ ਪਚਦਾ ਨਹੀਂ, ਉਹਨੂੰ ਦਸਤ ਲੱਗ ਜਾਂਦੇ ਆ, ਉਹਨੂੰ ਉਲਟੀਆਂ ਲੱਗ ਜਾਂਦੀਆਂ, ਵੋਮਟੀਜ਼ ਕਰਦਾ ਉਹ, ਤਾਂ ਉਸ ਵੇਲੇ ਕਹਿੰਦੇ ਸਤਿਗੁਰੂ ਦੇ ਚਰਨਾਂ ਦੇ ਵਿੱਚ ਅਰਦਾਸ ਕਰ, ਕਿਉਂਕਿ ਕਈ ਰੋਗ ਇਕੱਠੇ ਘੇਰ ਲੈਂਦੇ ਆ ਨਾ ਜਦੋਂ ਆ ਕੇ ਇਦਾਂ ਦੇ। ਤੇ ਗੁਰਮੁਖ ਪਿਆਰਿਓ, ਕਈ ਵਾਰ ਉਹ ਜੀਵਨ ਦਾ ਅੰਤ ਤੱਕ ਲੈ ਜਾਂਦੇ ਆ ਮਨੁੱਖ ਨੂੰ। ਕਈ ਬਿਮਾਰੀਆਂ ਜਦੋਂ ਖਾਧਾ ਪੀਤਾ ਪਚਿਆ ਹੀ ਨਾ, ਅੰਦਰ ਕੁਝ ਅੰਨ ਦਾ ਦਾਣਾ ਠਹਿਰੇ ਹੀ ਨਾ, ਤਾਂ ਉਸ ਵੇਲੇ ਸਰੀਰ ਕਮਜ਼ੋਰ ਹੋ ਜਾਂਦਾ ਤੇ ਕਮਜ਼ੋਰ ਹੁੰਦਿਆਂ ਹੁੰਦਿਆਂ ਮਨੁੱਖ ਚੜ੍ਹਾਈ ਕਰ ਜਾਂਦਾ ਹੈ। ਜਿਵੇਂ 8ਵੇਂ ਪਾਤਸ਼ਾਹ ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਜਦੋਂ ਦਿੱਲੀ ਵਿਖੇ ਗਏ ਹੈ ਤੇ ਉਸ ਵੇਲੇ ਵੀ ਇੱਦਾਂ ਦੀ ਬਿਮਾਰੀ ਫੈਲ ਗਈ ਸੀ ਇੱਕ, ਤੇ ਹੈਜ਼ਾ ਫੈਲ ਗਿਆ। ਤੇ ਉਸ ਵੇਲੇ ਰਾਜਾ ਜੈ ਸਿੰਘ ਨੇ ਬੇਨਤੀ ਕੀਤੀ ਸੀ, ਮਹਾਰਾਜ ਸੱਚੇ ਪਾਤਸ਼ਾਹ ਜੀ ਬੜੇ ਵੈਦਾਂ ਤੋਂ ਦਵਾਈਆਂ ਵੀ ਦਵਾ ਰਹੇ ਆ, ਲੋਕ ਢੇਰਾਂ ਦੇ ਢੇਰ ਲੋਥਾਂ ਦੇ ਲੱਗ ਰਹੇ ਆ, ਬਿਮਾਰੀ ਇੱਕਦਮ ਇੱਦਾਂ ਦੀ ਮਹਾਮਾਰੀ ਫੈਲ ਗਈ ਹੈ। ਰੋਗ ਜੁਰੇ ਨੂੰ ਆਪਾਂ ਮਹਾਮਾਰੀ ਕਹਿ ਸਕਦੇ ਹਾਂ। ਜਦੋਂ ਕੋਈ ਵੀ ਮਹਾਮਾਰੀ ਫੈਲ ਜਾਵੇ ਤਾਂ ਉਸ ਵੇਲੇ ਗੁਰੂ ਚਰਨਾਂ ਵਿੱਚ ਅਰਦਾਸ ਕਰਨੀ। ਰਾਜਾ ਜੈ ਸਿੰਘ ਦੀ ਅਰਦਾਸ ਬੇਨਤੀ ਕਰਕੇ, ਇਹ ਜਿਹੜਾ ਗੁਰਦੁਆਰਾ ਬੰਗਲਾ ਸਾਹਿਬ ਆਪਾਂ ਦਰਸ਼ਨ ਕਰਦੇ ਆ ਨਾ, ਇਹ ਰਾਜਾ ਜੈ ਸਿੰਘ ਦਾ ਬੰਗਲਾ ਹੁੰਦਾ ਸੀ। ਤਾਂ ਉਹ ਰਾਜੇ ਨੇ ਬੇਨਤੀ ਕੀਤੀ, ਮਹਾਰਾਜ ਹੁਣ ਗੁਰੂ ਨਾਨਕ ਦਾ ਘਰ ਹੀ ਰੱਖਿਆ ਕਰ ਸਕਦਾ ਹੈ। ਤਾਂ ਉਸ ਵੇਲੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦਾ ਅੰਮ੍ਰਿਤ ਲੈ ਕੇ, ਸਤਿਗੁਰੂ ਜੀ ਦੇ ਚਰਨ ਧੁਆ ਕੇ, ਤੇ ਗੁਰੂ ਪਿਆਰਿਓ ਫਿਰ ਵੱਡੇ ਸਾਰੇ ਜਲ ਦੇ ਸੋਮੇ ਦੇ ਵਿੱਚ ਉਹਨੂੰ ਮਿਲਾ ਦਿੱਤਾ ਗਿਆ ਸੀ ਤੇ ਉੱਥੋਂ ਫਿਰ ਸੰਗਤਾਂ ਨੂੰ ਚੂਲਾ ਛਕਾਇਆ ਗਿਆ ਸੀ। ਅੱਜ ਵੀ ਮਰਿਆਦਾ ਤੁਸੀਂ ਜਾਓ ਉੱਥੇ, ਤੇ ਸਰੋਵਰ ਦਾ ਜਿਹੜਾ ਅੰਮ੍ਰਿਤ ਜਲ ਹੈ, ਜਦੋਂ ਆਪਾਂ ਦਰਸ਼ਨ ਕਰਕੇ ਬਾਹਰ ਆਉਂਦੇ ਉੱਥੇ ਬਹੁਤ ਸੇਵਾਦਾਰ ਖੜੇ ਹੁੰਦੇ ਆ ਤੇ ਉਹ ਅੰਮ੍ਰਿਤ ਜਲ ਛਕਾਉਣ ਦੀ ਸੰਗਤਾਂ ਨੂੰ ਸੇਵਾ ਕਰਦੇ ਆ। ਤੇ ਉਹ ਅੰਮ੍ਰਿਤ ਜਲ ਦੇ ਨਾਲ ਫਿਰ ਦਿੱਲੀ ਦੇ ਵਿੱਚੋਂ ਇਹ ਮਹਾਮਾਰੀ ਖਤਮ ਹੋਈ ਸੀ। ਸੋ ਗੁਰੂ ਪਿਆਰਿਓ, ਇਸੇ ਪ੍ਰਕਾਰ ਜਿਵੇਂ ਹੁਣ ਆ ਪਿਛਲੇ ਸਾਲ ਤੋਂ ਮਹਾਮਾਰੀ ਚੱਲੀ ਹੋਈ ਹੈ, ਇੱਦਾਂ ਦਾ ਸਮਾਂ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਆ ਜਾਵੇ, ਕੋਈ ਵੱਡੀ ਮਹਾਮਾਰੀ ਫੈਲ ਜਾਵੇ ਵਿਆਪਕ ਪੱਧਰ ਦੇ ਉੱਤੇ, ਲੋਕਾਂ ਦੀ ਮੌਤ ਹੋਣ ਲੱਗ ਪਵੇ, ਤਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਉਸ ਵੇਲੇ ਰੋਗ ਜੁਰੇ, ਬਹੁਤ ਸਾਰੀਆਂ ਬਿਮਾਰੀਆਂ ਇਕੱਠੀਆਂ ਹੋ ਕੇ ਵੱਡਾ ਰੋਗ ਬਣ ਜੇ, ਜੁੜ ਕੇ ਮਹਾਮਾਰੀ ਬਣ ਜਾਵੇ, ਤਾਂ ਉਸ ਵੇਲੇ ਅਰਦਾਸ ਬੇਨਤੀ ਕਰੀ, ਸਤਿਗੁਰ ਸ਼ਾਂਤ, ਹੇ ਸ਼ਾਂਤੀ ਸਰੂਪ ਸਤਿਗੁਰ ਸੱਚੇ ਪਾਤਸ਼ਾਹ ਜੀ, ਆਪ ਜੀ ਦੁਨੀਆ ਦੇ ਵਿੱਚ ਸ਼ਾਂਤ ਵਰਤਾਓ, ਸ਼ਾਂਤੀ ਬਹਾਲ ਕਰੋ, ਜਗਤ ਜਲੰਦਾ ਰੱਖ ਲੈ, ਆਪਣੀ ਕਿਰਪਾ ਧਾਰ, ਜਿਤ ਦੁਆਰਾ ਉਬਰੈ ਤਿਤੈ ਲੇਹੋ ਉਬਾਰ। ਮਹਾਰਾਜ ਜਿਹੜੇ ਵੀ ਦੁਆਰੇ ਕੱਢ ਸਕਦੇ ਹੋ ਨਾ, ਦੁਨੀਆ ਨੂੰ ਤਾਰ ਸਕਦੇ ਹੋ, ਸੰਸਾਰ ਇਹ ਤਪਦਾ ਇਸ ਸਮੁੰਦਰ, ਇਹਨੂੰ ਕੱਢ ਲਓ, ਜਗਤ ਜਲੰਦੇ ਦੇ ਵਿੱਚੋਂ ਮਨੁੱਖ ਨੂੰ ਕੱਢ ਲਓ। ਅਰਦਾਸ ਬੇਨਤੀ ਗੁਰੂ ਚਰਨਾਂ ਵਿੱਚ ਕਰੇ ਕਿ ਮਹਾਰਾਜ ਸ਼ਾਂਤੀ ਵਰਤਾਓ, ਇੱਦਾਂ ਦਾ ਰੋਗ ਬਿਮਾਰੀ ਦਾ ਖਾਤਮਾ ਹੋ ਜਾਵੇ, ਤੇ ਸਿੱਖ ਕੋ ਅਨਾਗਤ, ਮਹਾਰਾਜ ਮੈਂ ਤੁਹਾਡਾ ਸੇਵਕ ਸਿੱਖ ਹੈ, ਮੇਰੇ ਕੋਲੇ ਅਨਾਗਤ, ਮੇਰੇ ਕੋਲੇ ਆਗਮ ਨਾ ਹੋਵੇ ਇਹ ਬਿਮਾਰੀ ਦਾ, ਮੇਰੇ ਤੱਕ ਨਾ ਪਹੁੰਚੇ। ਇਸ ਪ੍ਰਕਾਰ ਗੁਰੂ ਚਰਨਾਂ ਵਿੱਚ ਮਹਾਮਾਰੀ ਦੇ ਮੌਕੇ ਰੱਖਿਆ ਦੇ ਲਈ ਬੇਨਤੀ ਕਰਨੀ। 49 ਮਿਲੇ ਵਿਛੜੇ ਕੋ ਆਵੈ ਗੁਰ ਜਾਲਮ, ਜਾਣੈ ਸਭ ਆਲਮ। ਫਿਰ ਜੇਕਰ ਕੋਈ ਤੁਹਾਡਾ ਮਿਲਿਆ ਹੋਇਆ, ਤੁਹਾਡਾ ਸੰਗੀ ਸਾਥੀ ਵਿਛੜ ਜਾਵੇ, ਵਿਛੋੜਾ ਪੈ ਜਾਵੇ, ਤਾਂ ਉਹਦੇ ਪਰਥਾਏ ਬੇਨਤੀ ਕਰਨੀ ਹੈ ਕਿ ਉਹ ਆਵੈ, ਆਵੈ ਗੁਰ, ਉਹ ਆ ਜਾਵੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਜਿਹੜਾ ਵਿਛੜਿਆ ਹੋਇਆ ਹੈ। ਕਿਉਂਕਿ ਜ਼ਾਲਮ ਜਿਹੜਾ ਵਿਛੋੜਾ ਨਾ, ਇਹ ਬੜਾ ਜ਼ਾਲਮ ਹੈ, ਵਿਛੋੜਾ ਝੱਲਣਾ ਬਹੁਤ ਔਖਾ ਹੈ। ਸਤਿਗੁਰੂ ਜੀ ਨੇ ਜਿੱਥੇ ਦੁਨੀਆ ਦੇ ਦੁੱਖਾਂ ਦੀ ਗੱਲ ਗੁਰਬਾਣੀ ਵਿੱਚ ਲਿਖੀ ਹੈ ਨਾ, ਤੇ ਸਭ ਤੋਂ ਪਹਿਲੇ ਨੰਬਰ ਦਾ ਦੁੱਖ ਸਤਿਗੁਰੂ ਨੇ ਵਿਛੋੜੇ ਨੂੰ ਆਖਿਆ। ਪੜ੍ਹਦੇ ਆ ਨਾ ਬਾਣੀ, ਦੁੱਖ ਵਿਛੋੜਾ, ਇੱਕ ਦੁੱਖ ਭੂਖ, ਇੱਕ ਦੁੱਖ ਸਖਤ ਵਾਰ ਜਮਦੂਤ, ਇੱਕ ਦੁੱਖ ਰੋਗ ਲੱਗੈ ਤਨ ਧਾਏ, ਵੈਦ ਨਾ ਭੋਲੇ ਦਾਰੂ ਲਾਏ।
ਸਤਿਗੁਰ ਸੱਚੇ ਪਾਤਸ਼ਾਹ ਨੇ ਇਹ ਪਹਿਲੇ ਨੰਬਰ ਤੇ ਰੱਖਿਆ ਕਿਸੇ ਦੁੱਖ ਨੂੰ। ਤੇ ਸਤਿਗੁਰੂ ਕਹਿੰਦੇ ਦੁੱਖ ਵਿਛੋੜਾ, ਵਿਛੋੜੇ ਦਾ ਬਹੁਤ ਵੱਡਾ ਦੁੱਖ ਹੈ। ਰੱਬ ਨਾ ਕਰੇ ਕਦੇ ਕਿਸੇ ਦਾ ਵਿਛੋੜਾ ਪਵੇ, ਪਰ ਦੁਨੀਆ ਵਿੱਚ ਚੱਲਦਾ ਰਹਿੰਦਾ ਭਾਈ ਮਿਲਣਾ ਵਿਛੜਨਾ। ਇੱਥੋਂ ਤੱਕ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਕੱਲਾ ਇਹ ਜਨਮ ਦੀ ਗੱਲ ਨਹੀਂ, ਕਈਆਂ ਜਨਮਾਂ ਦੇ ਜਿਹੜੇ ਪਹਿਲਾਂ ਮਿਲੇ ਹੁੰਦੇ ਆ ਉਹ ਵਿਛੜ ਜਾਂਦੇ ਆ। ਕਈ ਜਿਹੜੇ ਵਿਛੜੇ ਹੁੰਦੇ ਆ ਉਹ ਦੁਬਾਰਾ ਇਹ ਜਨਮ ਵਿੱਚ ਵੀ ਮਿਲ ਪੈਂਦੇ ਆ। ਮਿਲ ਮਿਲ ਜੁੜੇ ਵਿਛੜ, ਜੁੜ ਜੁੜ ਮਿਲੇ ਵਿਛੜ ਜੁੜੇ। ਤੇ ਸਤਿਗੁਰੂ ਤਾਂ ਇੱਥੋਂ ਤੱਕ ਵੀ ਕਹਿੰਦੇ ਆ ਜਿਹੜਾ ਅੱਜ ਤੇਰਾ ਬਾਪ ਹੈ, ਹੋ ਸਕਦਾ ਕਿਸੇ ਤੇਰੇ ਪਹਿਲੇ ਜਨਮ ਦੇ ਵਿੱਚ ਇਹ ਤੇਰਾ ਪੁੱਤਰ ਹੋਵੇ। ਜਿਹੜੇ ਅੱਜ ਪੁੱਤਰ ਹੈ ਇਹ ਕਦੇ ਬਾਪ ਬਣੇ ਹੋਣ, ਜਿਹੜੇ ਅੱਜ ਚੇਲੇ ਹੈ ਗੁਰੂ ਬਣੇ ਹੋਣ। ਜਿਹੜੇ ਅੱਜ ਗੁਰੂ ਹੈ ਤੇ ਇਹ ਪਹਿਲਾਂ ਇਹਨਾਂ ਦੇ ਚੇਲੇ ਹੋਣਗੇ, ਕਿਉਂਕਿ ਮਿਲਣਾ ਵਿਛੜਨਾ ਇਹ ਸੰਬੰਧ ਮਨੁੱਖ ਦਾ ਚੱਲਦਾ ਰਹਿੰਦਾ ਹੈ। ਜਿਹਨੂੰ ਅੱਜ ਆਪਾਂ ਮਿਲਦੇ ਹਾਂ, ਹੋ ਸਕਦਾ ਪਿਛਲੇ ਜਨਮਾਂ ਵਿੱਚ ਸਾਡਾ ਉਹਦੇ ਨਾਲ ਕੋਈ ਸੰਬੰਧ ਹੋਵੇ। ਸੰਬੰਧਾਂ ਦਾ ਕਰਕੇ ਮਿਲਣਾ ਵਿਛੜਨਾ ਬਣਦਾ। ਤੇ ਸਤਿਗੁਰੂ ਜੀ ਕਹਿੰਦੇ ਕੇਤਿਆਂ ਕੇ ਬਾਪ ਕੇਤਿਆਂ ਕੇ ਬੇਟੇ ਕੇਤੇ ਗੁਰ ਚੇਲੇ ਹੋਏ। ਕਈ ਵਾਰ ਵਿਛੜੇ, ਕਈ ਵਾਰ ਜੁੜੇ। ਤੇ ਜੇ ਇੱਦਾਂ ਵਿਛੋੜਾ ਪੈ ਜਾਵੇ ਕਿਸੇ ਨਾਲੋਂ, ਤੇ ਜਾਂ ਫਿਰ ਇਹਦਾ ਦੂਜਾ ਅਰਥ ਕਰੀਏ ਕਿ ਕੋਈ ਜ਼ਾਲਮ, ਕੋਈ ਜ਼ੁਲਮ ਕਰਨ ਵਾਲਾ ਇੱਦਾਂ ਦਾ ਜ਼ੁਲਮ ਕਮਾ ਦੇਵੇ, ਤੁਹਾਡੇ ਕਿਸੇ ਸੰਗੀ ਸਾਥੀ ਨੂੰ ਕਿਸੇ ਝੂਠੇ ਮੁਕੱਦਮੇ ਵਿੱਚ ਫਸਾ ਦੇਵੇ ਤੇ ਉਹ ਜੇਲ੍ਹ ਦੇ ਵਿੱਚ ਚਲਿਆ ਜਾਵੇ, ਉਹਨੂੰ ਬੰਧਨ ਪੈ ਜਾਣ, ਤੁਸੀਂ ਮਿਲਣ ਜਾਂਦੇ ਹੋ, ਉਹਨੂੰ ਅਗਲਿਆਂ ਨੇ ਬੰਨ੍ਹ ਕੇ ਰੱਖਿਆ ਹੋਇਆ, ਮਿਲਣ ਦਾ ਮੌਕਾ ਨਹੀਂ ਮਿਲਦਾ। ਤੇ ਫਿਰ ਇੱਦਾਂ ਦਾ ਕੋਈ ਮੁਕੱਦਮਾਬਾਜੀ ਵੀ ਚੱਲ ਪਵੇ ਨਾ, ਤੇ ਤੁਹਾਡੇ ਨਾਲ ਤੁਹਾਡਾ ਪਿਆਰਾ ਵਿਛੜ ਜਾਵੇ, ਤਾਂ ਵੀ ਸਤਿਗੁਰੂ ਜੀ ਕਹਿੰਦੇ ਗੁਰੂ ਚਰਨਾਂ ਵਿੱਚ ਅਰਦਾਸ ਕਰ ਕਿ ਜਿਹੜਾ ਜ਼ਾਲਮ ਨੇ ਜ਼ੁਲਮ ਕਮਾਇਆ ਉਹਦਾ ਕਰਕੇ ਜਿਹੜੇ ਵਿਛੜੇ ਹਨ ਉਹ ਮਿਲ ਜਾਣ ਸਾਨੂੰ ਆ ਕੇ। ਤੇ ਜਾਣੈ ਸਭ ਆਲਮ ਹੈ ਸਤਿਗੁਰੂ ਸੱਚੇ ਪਾਤਸ਼ਾਹ ਜੀ, ਆਪ ਜੀ ਤੇ ਸਭ ਆਲਮ ਨੂੰ, ਸਭ ਦੁਨੀਆ ਨੂੰ, ਸਭ ਸ੍ਰਿਸ਼ਟੀ ਨੂੰ ਜਾਣਨਹਾਰ ਹੋ। 49 ਸ਼ਾਦੀ ਕੀ ਖੁੱਲਾ ਗੁਰ ਦਰਬਾਰ ਇੱਛਾ ਬਿਹਾਰ। ਫਿਰ ਕਹਿੰਦੇ 50 ਨੰਬਰ ਦੇ ਉੱਤੇ ਅਰਦਾਸ ਕਰਨੀ ਆ ਸ਼ਾਦੀ ਵਿਆਹ ਆਨੰਦ ਕਾਰਜ ਦੇ ਵੇਲੇ। ਆਨੰਦ ਕਾਰਜ, ਸ਼ਾਦੀ ਵਿਆਹ, ਬੱਚੇ ਬੱਚੀ ਦਾ ਪ੍ਰਾਰੰਭ ਕਰਨ ਤੋਂ ਪਹਿਲਾਂ ਗੁਰੂ ਚਰਨਾਂ ਵਿੱਚ ਅਰਦਾਸ ਬੇਨਤੀ ਕਰਨੀ ਹੈ, ਮਹਾਰਾਜ ਆਪ ਜੀ ਦੀ ਇੱਛਾ ਦੇ ਮੁਤਾਬਕ, ਆਪ ਜੀ ਦੀ ਮਿੱਤ ਮਰਿਆਦਾ ਦੇ ਮੁਤਾਬਕ ਜਿਹੜਾ ਖੁੱਲ੍ਹਾ ਗੁਰਦਰਬਾਰ ਲੱਗੇ ਤੇ ਤੁਹਾਡੇ ਚਰਨਾਂ ਵਿੱਚ ਆਨੰਦ ਕਾਰਜ ਦੀਆਂ ਇਹ ਸਾਰੀਆਂ ਰਸਮਾਂ ਨਿਭਾਈਆਂ ਜਾਣ। ਤੇ ਇਹ ਕੋਈ ਭਾਵਨਾ ਵਾਲਾ ਹੀ ਕਰੇਗਾ, ਜਿਹਨੂੰ ਗੁਰੂ ਦੇ ਉੱਤੇ ਭਾਵਨਾ, ਉਹੀ ਗੁਰੂ ਚਰਨਾਂ ਵਿੱਚ ਅਰਦਾਸ ਬੇਨਤੀ ਕਰਕੇ ਵਿਆਹ ਕਾਰਜਾਂ ਦੀ ਆਰੰਭਤਾ ਕਰੇਗਾ। ਨਹੀਂ ਤਾਂ ਅੱਜ ਦੇਖਣ ਦੇ ਵਿੱਚ ਆਉਂਦਾ ਬਹੁਤ ਸਾਰੇ ਸਾਡੇ ਸਿੱਖ ਕਹਾਉਣ ਵਾਲੇ, ਗੁਰੂ ਘਰ ਵਿੱਚ ਜਾਣ ਵਾਲੇ ਵੀ ਵਿਆਹਾਂ ਦੀਆਂ ਤਰੀਕਾਂ ਬ੍ਰਾਹਮਣਾਂ ਤੋਂ ਰਖਾਉਂਦੇ ਫਿਰਦੇ ਆ, ਜੋਤਸ਼ੀਆਂ ਤੋਂ ਸਾਹੇ ਗਣਦੇ ਫਿਰਦੇ ਐ। ਗੁਰੂ ਘਰ ਦੇ ਵਿੱਚ ਮਰਿਆਦਾ ਇਹ ਹੈ ਕਿ ਗੁਰੂ ਚਰਨਾਂ ਵਿੱਚ ਅਰਦਾਸ ਬੇਨਤੀ ਕਰਕੇ ਦੋਵੇਂ ਪਰਿਵਾਰਾਂ ਦੀ ਸਹਿਮਤੀ ਦੇ ਨਾਲ ਜਿਹੜਾ ਸਮਾਂ ਢੁਕਵਾਂ ਬਣਦਾ ਹੋਵੇ ਉਸ ਦਿਨ ਵਿਆਹ ਦਾ ਦਿਨ ਰੱਖ ਲੈਣਾ ਚਾਹੀਦਾ, ਕਿਉਂਕਿ ਵਿਆਹ ਦੇ ਉੱਤੇ, ਸਾਹੇ ਦੇ ਉੱਤੇ ਇੱਕ ਅਕਾਲ ਪੁਰਖ ਵਾਹਿਗੁਰੂ ਦਾ ਹੱਥ ਹੁੰਦਾ ਹੈ। ਇਸ ਕਰਕੇ ਪਰਮੇਸ਼ਰ ਅਕਾਲ ਪੁਰਖ ਜੀ ਦੀ ਬਾਣੀ, ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਕਹਿੰਦੀ ਆ, ਕੋਈ ਤੂੰ ਸਾਹਾ ਨਾ ਗਣ, ਗਿਣਤੀਆਂ ਮਿਣਤੀਆਂ ਵਿੱਚ ਨਾ ਪੈ, ਕਿਹੜੀ ਤਿੱਥ ਆਊਗੀ, ਕਿਹੜਾ ਉਦੋਂ ਮੰਗਲੀਕ ਤਾਂ ਨਹੀਂ ਹੈਗੇ ਇਹ, ਕਿਹੜਾ ਮੰਗਲ ਹੋਊਗਾ, ਕਿਸ ਤਰ੍ਹਾਂ ਦਾ ਦਿਨ ਸੁੱਧ ਹੋਊਗਾ, ਨਹੀਂ ਆਪਣੀ ਸਹੂਲਤ ਦੇ ਮੁਤਾਬਕ ਤੇ ਗੁਰੂ ਚਰਨਾਂ ਵਿੱਚ ਅਰਦਾਸ ਬੇਨਤੀ ਕਰਕੇ ਵਿਆਹ ਦਾ ਦਿਨ ਮਿਥਿਆ ਜਾਣਾ ਚਾਹੀਦਾ। ਇਹ ਗੁਰਮਤ ਹੈ ਭਾਈ। ਸਤਿਗੁਰੂ ਦੀ ਬਾਣੀ ਦੇ ਇਸ ਬਾਬਤ ਕੀ ਵਚਨ ਹੈ? ਸਤਿਗੁਰੂ ਕਹਿੰਦੇ ਸਾਹਾ ਗਣਹਿ ਨਾ ਕਰਹਿ ਵਿਚਾਰ, ਸਾਹੇ ਉੱਪਰ ਏਕੰਕਾਰ। ਇੱਕ ਅਕਾਲ ਪੁਰਖ ਵਾਹਿਗੁਰੂ ਦਾ ਹੱਥ ਹੈ ਸਾਹੇ ਦੇ ਉੱਤੇ, ਵਿਆਹ ਦੇ ਦਿਨ ਦੇ ਉੱਤੇ, ਇਹ ਵਿਆਹ ਕਾਰਜ ਦੇ ਉੱਤੇ। ਤੇ ਸਤਿਗੁਰੂ ਸਫਲਾ ਕਰਨਗੇ ਜਦੋਂ ਗੁਰੂ ਚਰਨਾਂ ਵਿੱਚ। ਇਸ ਤਰ੍ਹਾਂ ਗੁਰੂ ਕਾ ਸਿੱਖ ਭਾਵਨਾ ਨਾਲ ਬੇਨਤੀ ਕਰੇਗਾ ਸ਼ਾਦੀ ਵਿਆਹ ਆਨੰਦ ਕਾਰਜ ਦੇ ਪਰਥਾਏ ਕਿ ਗੁਰੂ ਸਤਿਗੁਰ ਸੱਚੇ ਪਾਤਸ਼ਾਹ ਜੀ ਆਪ ਜੀ ਦਾ ਖੁੱਲ੍ਹਾ ਦਰਬਾਰ ਲੱਗੇ ਤੇ ਸਭ ਕੁਝ ਆਪ ਜੀ ਦੀ ਮਿੱਤ ਮਰਿਆਦਾ ਦੇ ਮੁਤਾਬਕ ਹੋਵੇ, ਆਪ ਜੀ ਦੀ ਆਗਿਆ ਦੇ ਮੁਤਾਬਕ, ਆਪ ਜੀ ਦੀ ਇੱਛਾ ਦੇ ਅਨੁਸਾਰ ਵਿਆਹ ਦੀ ਸਾਰੀ ਮਰਿਆਦਾ ਹੋਵੇ। ਤੇ ਨਹੀਂ ਤਾਂ ਕੀ ਹੁੰਦਾ,
ਆਪਾਂ ਗੁਰਦਰਬਾਰ ਦੀ ਮਰਿਆਦਾ ਨੂੰ ਤਾਂ ਦੁਨਿਆਵੀ ਲੋਕ ਖਾਸ ਕਰਕੇ ਸਿੱਖ ਕੌਮ ਆ ਨਾ ਜਿਹੜੀ, ਹੁਣ ਇੱਦਾਂ ਦਾ ਟਰੈਂਡ ਚੱਲ ਪਿਆ ਕਿ ਗੁਰਦਰਬਾਰ ਦੀ ਮਰਿਆਦਾ ਰਹੇ ਨਾ ਰਹੇ, ਵਿਆਹ ਤੋਂ ਪਹਿਲਾਂ ਹੀ ਜਿਹੜੇ ਬਾਕੀ ਦੇ ਉਹਨਾਂ ਨੇ ਹੋਰ ਦੇਖਾ ਦੇਖੀ ਜਾਂ ਨੱਕ ਰੱਖਣ ਵਾਸਤੇ ਕਾਰਜ ਕਰਨੇ ਹੁੰਦੇ ਆ। ਡੀਜੇ ਵਾਲਾ ਵੀ ਬੁੱਕ ਕਰਨਾ ਹੈ, ਵਿਆਹ 'ਤੇ ਗਾਉਣ ਵਾਲਾ ਅਖਾੜੇ ਵਾਲਾ ਵੀ ਬੁੱਕ ਕਰਨਾ ਹੈ, ਅਤੇ ਹੋਰ ਜਿੰਨੇ ਕੁ ਚੰਗਾ ਪੈਲਸ ਵੀ ਬੁੱਕ ਕਰਨਾ ਹੈ। ਦੇਖਾ ਦੇਖੀ ਇੱਕ ਦੂਜੇ ਦੇ ਨਾਲ ਕਿ ਗੁਆਂਢੀ ਨੇ ਇੰਨੇ ਪੈਸੇ ਲਾਏ ਆ, ਅਸੀਂ ਕਿਤੇ ਘੱਟ ਨਾ ਰਹਿ ਜਾਈਏ, ਸਾਡਾ ਨੱਕ ਨਾ ਕਿਤੇ ਵੱਢਿਆ ਜਾਵੇ। ਉਹਨਾਂ ਚੀਜ਼ਾਂ ਦਾ ਤਾਂ ਖਿਆਲ ਆਪਾਂ ਰੱਖਦੇ ਹਾਂ, ਪਰ ਜਿਹੜੀ ਗੁਰੂ ਚਰਨਾਂ ਵਿੱਚ ਮਿੱਤ ਮਰਿਆਦਾ ਦੀ ਗੱਲਬਾਤ ਹੁੰਦੀ ਹੈ ਨਾ, ਉਹ ਆਪਾਂ ਭੁੱਲ ਜਾਂਦੇ ਹਾਂ। ਵਿਆਹ ਸ਼ਾਦੀ ਦਾ ਗੁਰੂ ਕਾ ਸਿੱਖ ਵਰੀ ਦਾ ਸਾਰਾ ਕੱਪੜਾ ਖਰੀਦ ਲੈਂਦਾ, ਕਲੌਥ ਹਾਊਸ ਦੇ ਬੈਠਾ, ਕੱਪੜੇ ਵਾਲੀ ਦੁਕਾਨ 'ਤੇ ਬੈਠਾ, ਅਤੇ ਫਿਰ ਕਿਤੇ ਲਾਸਟ ਜਿਹਦੇ ਵਿੱਚ ਜਦੋਂ ਤੁਰਨ ਲੱਗਦੇ ਆ ਨਾ, ਉਦੋਂ ਜਾ ਕੇ ਚੇਤਾ ਆਉਂਦਾ ਵੀ ਹਾਂ ਸੱਚ ਭਾਈ ਜੀ ਨੇ, ਗ੍ਰੰਥੀ ਸਿੰਘ ਨੇ ਕਿਹਾ ਸੀ ਵੀ ਮਹਾਰਾਜ ਦਾ ਉਹ ਰੁਮਾਲਾ ਜਾ ਵੀ ਲੈ ਕੇ ਆਉਣਾ, ਰੁਮਾਲਾ ਜਾਂ ਫਿਰ ਉਹਦਾ ਇੱਦਾਂ ਗੱਲਾਂ ਹੁੰਦੀਆਂ ਮਨਮੁਖਤਾਈ ਵਾਲਿਆਂ ਦੀਆਂ। ਭਾਵਨਾ ਵਾਲੇ ਗੁਰਮੁਖ ਤਾਂ ਸਾਰਿਆਂ ਤੋਂ ਪਹਿਲਾਂ ਜਾ ਕੇ ਗੁਰੂ ਸਾਹਿਬ ਦੇ ਵਸਤਰ ਖਰੀਦਦੇ ਆ, ਜਿਹੜੇ ਭੇਟਾ ਕਰਨੇ ਆ ਗੁਰਦਰਬਾਰ ਵਿੱਚ ਜੋ ਅਰਪਣ ਕਰਨਾ ਹੈ, ਕਿਉਂਕਿ ਉਹਨਾਂ ਨੂੰ ਚੇਤੇ ਹੁੰਦਾ ਕਿ ਸਭ ਕੁਝ ਉਹਦੀ ਕਿਰਪਾ ਦੇ ਨਾਲ ਹੋ ਰਿਹਾ। ਅਤੇ ਅਰਦਾਸ ਬੇਨਤੀ ਕਰਨੀ ਹੈ ਗੁਰੂ ਚਰਨਾਂ ਵਿੱਚ ਕਿ ਸਤਿਗੁਰੂ ਜੀ ਸਭ ਕੁਝ ਆਪ ਜੀ ਦੀ ਇੱਛਾ ਅਨੁਸਾਰ ਵਿਆਹ ਦਾ ਕਾਰਜ ਸੰਪੂਰਨ ਹੋਵੇ। 150 ਬਾਜ ਜੰਗ ਗੁਰ ਬਖਸ਼ੀ ਅਸੰਗ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ 1 ਤੇ 50, 50 ਤੇ 1, 51 ਨੰਬਰ ਅਰਦਾਸ। ਜਦੋਂ ਬਾਜ ਜੰਗ, ਬਾਜੀ ਨਾਮ ਹੈ ਘੋੜੇ ਦਾ, ਜੰਗੀ ਘੋੜਾ ਤੂੰ ਕੋਈ ਖਰੀਦਣਾ ਹੋਵੇ, ਕਿਉਂਕਿ ਉਸ ਸਮੇਂ ਦੇ ਸਹੂਲਤ ਦੇ ਮੁਤਾਬਕ ਜਿਹੜੇ ਆਵਾਜਾਈ ਦੇ ਸਾਧਨ ਜਾਂ ਜੰਗ ਯੁੱਧ ਲੜਨ ਦੇ ਸਾਧਨ ਹੀ ਇਹ ਸਨ। ਅੱਜ ਤੇ ਤੋਪ, ਟੈਂਕਾਂ, ਤਰ੍ਹਾਂ ਤਰ੍ਹਾਂ ਦੇ ਮਾਰੂ ਹਥਿਆਰ ਚੱਲ ਪਏ ਹੈ, ਅਤੇ ਉਸ ਵੇਲੇ ਜਿਹੜਾ ਇਹ ਜੰਗੀ ਘੋੜਾ ਖਰੀਦਣਾ ਬਾਜ ਜੰਗ, ਤਾਂ ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਅਰਦਾਸ ਬੇਨਤੀ ਕਰੀ ਗੁਰ ਬਖਸ਼ੀ ਅਸੰਗ। ਸਤਿਗੁਰੂ ਜੀ ਵਧੀਆ ਨਸਲ ਦਾ ਘੋੜਾ ਬਖਸ਼ਿਸ਼ ਕਰੋ, ਅਤੇ ਅਸੰਗ ਹੋਵੇ ਜਿਹੜਾ, ਐਵੇਂ ਨਾ ਅੜੀਅਲ ਜਾ ਹੋਵੇ, ਜਿੱਦੀ ਜਾ ਹੋਵੇ, ਅੜੀ ਜਾਵੇ ਕਿਤੇ, ਮੈਂ ਉਹਨੂੰ ਤੋਰਾਂ ਕਿਧਰੇ ਨੂੰ ਹੋਰ ਅਤੇ ਤੁਰ ਕਿਧਰੇ ਨੂੰ ਹੋਰ ਜਾਵੇ, ਐਨ ਵਧੀਆ ਕਿਸਮ ਦਾ ਘੋੜਾ ਆਪ ਜੀ ਬਖਸ਼ਿਸ਼ ਕਰੋ, ਮੈਂ ਖਰੀਦਣਾ ਚਾਹੁੰਦਾ। ਇਹ ਗੁਰੂ ਚਰਨਾਂ ਵਿੱਚ ਅਰਦਾਸ ਬੇਨਤੀ ਕਰੇ। ਗੁਰੂ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜਦੋਂ ਭਾਈ ਫਤਿਹ ਦੇ ਕੋਲ ਗਏ ਨਾ ਕਟਾਣਾ ਸਾਹਿਬ, ਅਤੇ ਉਹਨੂੰ ਕਹਿੰਦੇ ਭਾਈ ਸਾਨੂੰ ਘੋੜਾ ਦੇ, ਅਤੇ ਅਸੀਂ ਅਗਾਂਹ ਜਾਣਾ ਸਫ਼ਰ ਦੇ ਵਿੱਚ, ਸਾਨੂੰ ਘੋੜਾ ਦੇ। ਅਤੇ ਕਹਿੰਦਾ ਮਹਾਰਾਜ ਮੇਰੇ ਕੋਲ ਘੋੜੀ ਤਾਂ ਹੈ ਬਹੁਤ ਚੰਗੀ ਕਿਸਮ ਦੀ, ਅਤੇ ਸਤਿਗੁਰੂ ਕਹਿੰਦੇ ਤਾਂ ਹੀ ਤੇਰੇ ਤੋਂ ਮੰਗ ਰਹੇ ਹਾਂ, ਸਾਨੂੰ ਪਤਾ ਹੈ। ਅਤੇ ਪਰ ਮਹਾਰਾਜ ਉਹ ਕੋਈ ਲੈ ਕੇ ਗਿਆ ਹੋਇਆ ਉਹ ਹੈ ਨਹੀਂ, ਅਤੇ ਮਹਾਰਾਜ ਦੇ ਅੱਗੇ ਨਾ ਲਿਆ ਕੇ ਐਵੇਂ ਇੱਕ ਟਾਇਰ ਜੀ ਖੜੀ ਕਰ ਦਿੱਤੀ, ਛੋਟੇ ਜਿਹੇ ਕੱਦ ਵਾਲੀ, ਉਹ ਕੋਈ ਚੰਗੀ ਕਿਸਮ ਦੀ ਨਹੀਂ ਹੈਗੀ ਸੀ। ਅਤੇ ਸਤਿਗੁਰੂ ਸੱਚੇ ਪਾਤਸ਼ਾਹ ਘੋੜਿਆਂ ਦੇ ਪਾਰਖੂ, ਫੌਜਾਂ ਦੇ ਜਰਨੈਲ, ਸ਼ਸਤਰਧਾਰੀ, ਸਨੱਧਬੱਧ ਸਤਿਗੁਰੂ ਸੱਚੇ ਪਾਤਸ਼ਾਹ, ਉਹਨਾਂ ਨੂੰ ਪਰਖ ਸੀ ਹਰ ਗੱਲ ਦੀ। ਕਹਿੰਦੇ ਭਾਈ ਮੈਂ ਇਹਦੇ ਤੋਂ ਕੀ ਕਰਾਉਣਾ, ਇਹ ਕਿਤੇ ਮੇਰਾ ਭਾਰ ਸਹਿਣ ਕਰਕੇ ਮੈਨੂੰ ਮੰਜ਼ਿਲ 'ਤੇ ਪਹੁੰਚਾ ਦੇਵੇਗੀ। ਕਹਿੰਦੇ ਜੇ ਦੇਣੀ ਆ ਤਾਂ ਜਿਹੜੀ ਵਧੀਆ ਅਵਲ ਕਿਸਮ ਦੀ ਘੋੜੀ ਤੇਰੇ ਕੋਲ ਆ ਉਹ ਦੇ, ਅਸਵਾਰੇ ਵਾਸਤੇ ਅਸੀਂ ਅਗਾਂਹ ਅਗਲੇ ਪੜਾਅ 'ਤੇ ਪਹੁੰਚਣਾ ਹੈ। ਅਤੇ ਇਹ ਭਾਈ ਫੱਤੂ ਨੇ ਕਿਹਾ ਮਹਾਰਾਜ ਉਹ ਤਾਂ ਐਵੇਂ ਝੂਠ ਬੋਲ ਦਿੱਤਾ, ਕਹਿੰਦਾ ਹੈ ਨਹੀਂ, ਕੋਈ ਲੈ ਕੇ ਗਿਆ। ਸਤਿਗੁਰੂ ਕਹਿੰਦੇ ਚੰਗਾ ਭਾਈ ਜੇ ਨਹੀਂ ਹੈਗੀ ਤਾਂ ਬਸ ਫਿਰ ਨਹੀਂ ਹੈਗੀ ਕਹਿੰਦੇ। ਅਤੇ ਸਤਿਗੁਰੂ ਜੀ ਅਗਾਂਹ ਚਲੇ ਗਏ, ਅਤੇ ਉਹ ਫਿਰ ਚੜ੍ਹਾਈ ਕਰ ਗਈ ਸੀ, ਘਾਟਾ ਪੈ ਗਿਆ ਸੀ। ਅਤੇ ਇਸੇ ਤਰ੍ਹਾਂ ਸਤਿਗੁਰੂ ਕਹਿੰਦੇ ਜਦੋਂ ਤੂੰ ਜੰਗੀ ਘੋੜਾ ਖਰੀਦਣਾ ਨਾ, ਕਿਉਂਕਿ ਜੰਗੀ ਘੋੜੇ ਸਤਿਗੁਰੂ ਦੀ ਭੇਟਾ ਹੁੰਦੇ ਰਹੇ ਹੈ। 6ਵੇਂ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਵੀ ਦਿਲਬਾਗ, ਗੁਲਬਾਗ ਘੋੜੇ ਉਹ ਸਿੱਖ ਲੈ ਕੇ ਆਇਆ ਸੀ ਕਾਬਲ ਤੋਂ, ਪਰ ਰਾਹ ਵਿੱਚ ਮੁਗਲ ਨੇ ਖੋਹ ਲਏ ਸਨ, ਮੁਗਲਾਂ ਨੇ। ਅਤੇ ਭਾਈ ਬਿਧੀ ਚੰਦ ਛੀਨਾ ਗੁਰੂ ਕਾ ਸੀਨਾ, ਸਤਿਗੁਰੂ ਨੇ ਵਿਸ਼ੇਸ਼ ਡਿਊਟੀ ਲਾਈ ਸੀ, ਭਾਈ ਜੰਗੀ ਘੋੜੇ ਗੁਰਦਰਬਾਰ ਵਿੱਚ ਚਾਹੀਦੇ ਹੈ ਅਤੇ ਲੈ ਕੇ ਆਓ, ਇਹ ਗੁਰੂ ਘਰ ਦੀ ਅਮਾਨਤ ਹੈ, ਮੁਗਲ ਕਿਵੇਂ ਰੱਖੀ ਬੈਠੇ ਹੈ। ਇੰਨਾ ਪ੍ਰੇਮ ਸਤਿਗੁਰੂ ਜੀ ਅਵਲ ਕਿਸਮ ਦੇ ਘੋੜਿਆਂ ਨੂੰ ਕਰਦੇ ਸਨ। ਭਾਈ ਗੁਰਦਾਸ ਜੀ ਨੂੰ ਵੀ, ਹੋਰ ਵੀ ਕਈ ਸਿੱਖਾਂ ਨੂੰ ਕਈ ਵਾਰ ਕਾਬਲ ਕੰਧਾਰ ਘੋੜੇ ਲੈਣ ਵਾਸਤੇ ਸਤਿਗੁਰੂ ਨੇ ਭੇਜਿਆ। ਤਾਂ ਸਤਿਗੁਰੂ ਜੀ ਕਹਿੰਦੇ ਜਿਸ ਵੇਲੇ ਜੰਗੀ ਘੋੜਾ ਖਰੀਦਣਾ ਨਾ ਗੁਰੂ ਕੇ ਸਿੱਖਾ, ਉਸ ਵੇਲੇ ਸਤਿਗੁਰੂ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰਕੇ ਜਾਈ ਕਿ ਵਧੀਆ ਕਿਸਮ ਦਾ ਮਿਲੇ ਮੈਨੂੰ। 52 ਗੁਰਦੀਨਾ ਗਣੇਸ਼ ਸੁਫਲਾ ਕਾਮ ਮਾਨੈ ਆਦੇਸ਼।
ਤੇ ਗਣੇਸ਼ ਨਾਮ ਹੈ ਹਾਥੀ ਦਾ। ਨਿਹੰਗ ਸਿੰਘਾਂ ਦੇ ਬੋਲੇ ਆ ਨਾ ਚੜ੍ਹਦੀ ਕਲਾ ਵਾਲੇ, ਤੇ ਉਹ ਫਿਰ ਕਈਆਂ ਚੀਜ਼ਾਂ ਦੇ ਨਿਹੰਗ ਸਿੰਘਾਂ ਨੇ ਕੋਡ ਵਰਡ ਰੱਖੇ ਹੁੰਦੇ ਸੀ ਪੁਰਾਣੇ ਸਮੇਂ ਤੋਂ ਹੁਣ ਤੱਕ ਵੀ ਚੱਲਦੇ ਆ ਨਿਹੰਗ ਸਿੰਘਾਂ ਦੇ ਦਲਾਂ ਪੰਥਾਂ ਵਿੱਚ ਛਾਉਣੀਆਂ ਦੇ ਵਿੱਚ। ਜਿਵੇਂ ਡੰਡੇ ਨੂੰ ਕਹਿੰਦੇ ਸੀ ਆਕਲਦਾਨ, ਤੇ ਬੁਖਾਰ ਹੋ ਜਾਵੇ ਕਿਸੇ ਨੂੰ ਕਹਿੰਦੇ ਆਕੜ ਭੰਨ ਹੋ ਗਿਆ। ਤੇ ਇਸੇ ਤਰ੍ਹਾਂ ਅਲੱਗ-ਅਲੱਗ ਬੋਲੇ, ਬੜੇ ਵਿਸਥਾਰ ਵਿੱਚ ਜਾਈਏ ਤਾਂ ਗੁਰਮੁਖ ਪਿਆਰਿਓ ਤੇ ਬਹੁਤ ਸਮਾਂ ਲੱਗ ਜਾਣਾ। ਤੇ ਇਸੇ ਤਰ੍ਹਾਂ ਹਾਥੀ ਨੂੰ ਜਾਂ ਤੇ ਕਹਿੰਦੇ ਆ ਐਰਾਵਤ, ਤੇ ਜਾਂ ਨਿਹੰਗ ਸਿੰਘ ਦਾ ਬੋਲਾ ਹੈ ਉਹ ਹਾਥੀ ਨੂੰ ਕਹਿੰਦੇ ਆ ਗਣੇਸ਼। ਗਣੇਸ਼ ਕਿਉਂ ਕਹਿੰਦੇ ਆ? ਕਿਉਂਕਿ ਭਗਵਾਨ ਸ਼ਿਵ ਦਾ ਜਿਹੜਾ ਪੁੱਤਰ ਗਣੇਸ਼ ਮੰਨਿਆ ਗਿਆ ਨਾ ਸਨਾਤਨ ਮਤ ਵਾਲੇ ਵੀਰਾਂ ਵੱਲੋਂ, ਉਹਦਾ ਮੂੰਹ ਜਿਹੜਾ, ਉਹਦਾ ਸਿਰ ਹੈ ਜਿਹੜਾ, ਉਹਦਾ ਚਿਹਰਾ ਜਿਹੜਾ ਹਾਥੀ ਦਾ ਲੱਗਾ ਹੁੰਦਾ, ਇਸ ਕਰਕੇ ਹਾਥੀ ਨੂੰ ਸਿੰਘ ਗਣੇਸ਼ ਕਹਿ ਦਿੰਦੇ ਆ। ਤੇ ਸਤਿਗੁਰੂ ਕਹਿੰਦੇ ਜੇਕਰ ਗੁਰੂ ਨੇ ਇੰਨੀ ਬਖਸ਼ਿਸ਼ ਕਰ ਦਿੱਤੀ ਤੇਰੇ ਤੇ, ਧਨ ਮਾਲ ਅਸਵਾਬ, ਤੇ ਉਸ ਵੇਲੇ ਦਾ ਸਵਾਰੀ ਦਾ ਵੱਡਾ ਸਾਧਨ ਸੀ ਹਾਥੀ। ਕਹਿੰਦੇ ਤੂੰ ਹਾਥੀ ਖਰੀਦਣ ਜਾਵੇਂ, ਹਾਥੀ ਖਰੀਦਣ ਦੀ ਤੇਰੇ ਵਿੱਚ ਪਹੁੰਚ ਹੋ ਜਾਵੇ, ਇੰਨਾ ਕੁ ਤੂੰ ਗੁਰੂ ਕੇ ਸਿੱਖਾ ਅਮੀਰ ਹੋ ਜਾਵੇਂ। ਉਸ ਵੇਲੇ ਵੀ ਗੁਰੂ ਚਰਨਾਂ ਵਿੱਚ ਅਰਦਾਸ ਕਰੀ। ਹੁਣ ਇਹਨੂੰ ਗਣੇਸ਼ ਦਾ ਜਿਹੜੀ ਉਤਪਤੀ ਦੀ ਗੱਲਬਾਤ ਹੈ ਨਾ ਭਾਗਵਤ ਦੇ ਵਿੱਚ ਜਿਹੜੀ ਹੈ, ਭਾਗਵਤ ਪੁਰਾਣ ਦੇ ਵਿੱਚ ਇਹ ਥੋੜ੍ਹੀ ਜਿਹੀ ਇਹ ਸਾਰੀ ਸਾਖੀ ਦਿੱਤੀ ਹੋਈ ਹੈ ਨਾ ਗਣੇਸ਼ ਦੇ ਜਨਮ ਦੀ, ਤੇ ਅਸਚਰਜਤਾ ਜੀ ਵਾਲੀ ਹੈ, ਮੰਨਣ ਦੇ ਵਿੱਚ ਨਹੀਂ ਕਈ ਵਾਰ ਆਉਂਦੀ ਸੁਣਨ ਤੋਂ। ਕਹਿੰਦੇ ਨੇ ਕਿ ਪਾਰਵਤੀ ਘਰ ਦੇ ਵਿੱਚ ਸੀ, ਮਾਤਾ ਪਾਰਵਤੀ, ਤੇ ਇਸ਼ਨਾਨ ਕਰਨ ਲੱਗੀ ਤੇ ਸੋਚਿਆ ਮੈਂ ਇਸ਼ਨਾਨ ਕਰਨ ਲੱਗੀ ਐ, ਕੋਈ ਘਰ ਦੇ ਵਿੱਚ ਅੰਦਰ ਹੋਰ ਦਾਖਲ ਨਾ ਹੋ ਜਾਵੇ ਬਾਹਰੋਂ ਆ ਕੇ, ਤੇ ਦਰਵਾਜ਼ੇ ਤੇ ਕੋਈ ਪਹਿਰੇ ਵਾਸਤੇ ਖੜਾਉਣਾ ਚਾਹੀਦਾ ਹੈ। ਤੇ ਕਹਿੰਦੇ ਇਹਨੇ ਨਾ ਆਪਣੇ ਤਨ ਦੀ ਮੈਲ ਉਤਾਰ ਕੇ ਤੇ ਕਹਿੰਦੇ ਇਹ ਇੱਕ ਪੁੱਤਰ ਬਣਾ ਦਿੱਤਾ। ਠੀਕ ਹੈ, ਸਨਾਤਨ ਮੱਤ ਵਾਲਿਆਂ ਦੀ ਇਹ ਕਹਾਣੀ ਹੈ, ਉਹਨਾਂ ਦੇ ਧਰਮ ਗ੍ਰੰਥ ਦੀ, ਸਤਿਕਾਰਯੋਗ ਆ ਉਹਨਾਂ ਵਾਸਤੇ। ਆਪਾਂ ਇਹਦੇ ਉੱਤੇ ਕਿੰਤੂ ਪਰੰਤੂ ਕੋਈ ਨਹੀਂ ਕਰਦੇ। ਤੇ ਉਹਨੇ ਇੱਦਾਂ ਕਹਿੰਦੇ ਆਪਣੀ ਆਤਮਿਕ ਸ਼ਕਤੀ ਦੇ ਨਾਲ ਕਹਿ ਲਓ, ਉਹਨੇ ਮੈਲ ਤੋਂ ਇੱਕ ਬਾਲਕ ਬਣਾ ਦਿੱਤਾ, ਤੇ ਉਹਨੂੰ ਸੋਟਾ ਫੜਾ ਕੇ, ਡਾਂਗ ਫੜਾ ਕੇ ਬੂਹੇ ਅੱਗੇ ਖੜਾ ਕਰ ਦਿੱਤਾ ਕਿ ਇੱਥੇ ਪਹਿਰਾ ਦੇਵੀਂ, ਮੈਂ ਜਦ ਤੱਕ ਇਸ਼ਨਾਨ ਕਰ ਲਵਾਂ, ਵਸਤਰ ਬਦਲ ਲਵਾਂ, ਪਹਿਨ ਲਵਾਂ, ਤੇ ਕਿਸੇ ਨੂੰ ਅੰਦਰ ਆਉਣ ਦੀ ਆਗਿਆ ਨਹੀਂ, ਕਿਸੇ ਨੂੰ ਅੰਦਰ ਨਾ ਆਉਣ ਦੇਣਾ। ਹੁਣ ਮਾਤਾ ਪਾਰਵਤੀ ਕਹਿੰਦੇ ਲੱਗ ਪਈ ਇਸ਼ਨਾਨ ਕਰਨ, ਬਾਹਰੋਂ ਸ਼ਿਵ ਭਗਵਾਨ ਜੀ ਆ ਗਏ, ਤੇ ਐ ਹੱਥ ਦੇ ਵਿੱਚ ਡਮਰੂ ਫੜਿਆ ਹੋਇਆ, ਤਰਸ਼ੂਲ ਫੜਿਆ ਹੋਇਆ, ਅੱਗ ਧਤੂਰੇ ਦੇ ਜੋ ਉਹਨਾਂ ਦਾ ਹੈ ਸਿਸਟਮ, ਤੇ ਐਨ ਲੈਸ ਹੋ ਕੇ ਅਮਲ ਦੇ ਨਾਲ ਤੇ ਪਹੁੰਚ ਗਏ। ਤੇ ਆ ਕੇ ਪੁੱਛਿਆ ਵੀ ਤੂੰ ਕੌਣ ਆ ਭਾਈ ਇੱਥੇ ਖੜਾ ਡਾਂਗ ਫੜ ਕੇ? ਤੇ ਉਹਨੇ ਆਖਿਆ ਮੈਂ ਪਾਰਵਤੀ ਜੀ ਦਾ ਪੁੱਤਰ ਹੈ, ਮੇਰੀ ਮਾਤਾ ਇਸ਼ਨਾਨ ਕਰਦੀ ਆ, ਅੰਦਰ ਜਾਣ ਦੀ ਤੁਹਾਨੂੰ ਆਗਿਆ ਨਹੀਂ। ਉਹ ਕਹਿੰਦਾ ਤੂੰ ਕੌਣ ਹੈ ਮੈਨੂੰ ਰੋਕਣ ਵਾਲਾ? ਮੈਂ ਘਰ ਦਾ ਮਾਲਕ, ਮੈਨੂੰ ਅੰਦਰ ਜਾਣ ਦੇ। ਪਰ ਉਹ ਅੰਦਰ ਨਾ ਜਾਣ ਦੇ ਵੀ ਆਪਸ ਵਿੱਚ ਤੂੰ ਮੈਂ ਹੋ ਗਈ। ਤੇ ਕਹਿੰਦੇ ਨੇ ਸਨਾਤਨ ਮੱਤ ਦੇ ਮੁਤਾਬਕ ਕਿ ਭਗਵਾਨ ਨੇ, ਸ਼ਿਵ ਜੀ ਨੇ ਆਪਣਾ ਤਰਸ਼ੂਲ ਉਧਰ ਅੰਦਰ ਚਲੇ ਗਏ। ਤੇ ਪਾਰਵਤੀ ਜੀ ਨੇ ਪੁੱਛਿਆ ਵੀ ਤੁਸੀਂ ਅੰਦਰ ਕਿੱਦਾਂ ਆ ਗਏ, ਤੁਹਾਨੂੰ ਰੋਕਿਆ ਨਹੀਂ ਕਿਸੇ ਨੇ? ਕਹਿੰਦੇ ਰੋਕਿਆ ਸੀ, ਉਹ ਬਾਹਰ ਇੱਕ ਖੜਾ ਸੀ ਬਾਲਕ, ਪਰ ਇੱਦਾਂ ਉਹਨੇ ਮੇਰੇ ਨਾਲ ਲੜਾਈ ਝਗੜਾ ਕੀਤਾ ਤੇ ਮੈਂ ਉਹਦੀ ਗਰਦਨ ਲਾ ਕੇ ਆ ਗਿਆ। ਤੇ ਉਸ ਵੇਲੇ ਫਿਰ ਗੁਰਮੁਖ ਪਿਆਰੇ ਜਦੋਂ ਪੁੱਤਰ ਦੇ ਸਿਰ ਵੱਢਣ ਦੀ, ਗਲ ਵੱਢਣ ਦੀ ਗੱਲ ਸੁਣੀ, ਤੇ ਮਾਤਾ ਜੀ ਨੇ ਕਹਿੰਦੇ ਫਿਰ ਪਾਲਿਆ ਕਲੇਸ਼। ਕਹਿੰਦੇ ਭਗਵਾਨ ਜੀ ਅੰਨ ਪਾਣੀ ਘਰ ਦੇ ਵਿੱਚ ਤੁਹਾਨੂੰ ਫੇਰ ਮਿਲਣਾ, ਕਹਿੰਦੇ ਪਹਿਲਾਂ ਮੇਰੇ ਪੁੱਤਰ ਦਾ ਗਲ ਜੋੜੋ। ਤੇ ਹੁਣ ਭਗਵਾਨ ਜੀ ਕਹਿੰਦੇ ਵੀ ਹੁਣ ਕਿੱਦਾਂ, ਉਹ ਤਾਂ ਖਤਮ ਕਰ ਦਿੱਤਾ, ਮੈਂ ਕਿੱਦਾਂ ਜੋੜਾਂ? ਤੇ ਕਹਿੰਦੇ ਫਿਰ ਆਪਾਂ ਸੰਖੇਪ ਕਰ ਦਈਏ ਇਹਨੂੰ। ਕਹਿੰਦੇ ਭਗਵਾਨ ਜੀ ਨੇ ਫਿਰ ਕਹਿੰਦੇ ਨਾ ਇੱਕ ਹਾਥੀ ਦੇ ਬੱਚੇ ਦਾ ਸਿਰ ਵੱਢ ਕੇ ਉਹ ਬੱਚੇ ਦੇ ਸਿਰ ਦੇ ਨਾਲ ਜੋੜਿਆ। ਤੇ ਇੱਦਾਂ ਆਪਾਂ ਫੋਟੋਆਂ ਦੇ ਉੱਤੇ ਵੀ ਵੇਖਦੇ ਹਾਂ, ਔਰ ਸਨਾਤਨ ਮੱਤ ਵਾਲੇ ਵੀਰ ਮੰਨਦੇ ਹੋ ਤਾਂ ਹਰ ਕਾਰਜ ਜਦੋਂ ਆਰੰਭ ਕਰਨਾ ਹੈ, ਪੂਜਾ ਕੀਤੀ ਜਾਂਦੀ ਹੈ ਗਣੇਸ਼ ਜੀ ਦੀ, ਕਾਰਜ ਦੀ ਆਰੰਭਤਾ ਨੂੰ ਕਹਿੰਦੇ ਆ ਸ੍ਰੀ ਗਣੇਸ਼ ਕਰਨਾ। ਤੇ ਇਸ ਕਰਕੇ ਨਿਹੰਗ ਸਿੰਘ ਆ ਨਾ ਜਿਹੜੇ, ਉਹ ਗਣੇਸ਼ ਕਹਿੰਦੇ ਆ ਹਾਥੀ ਨੂੰ, ਕਿਉਂਕਿ ਉੱਦਾਂ ਦਾ ਉਹਦੇ ਮੂੰਹ ਲੱਗਾ ਹੁੰਦਾ, ਉਹਦਾ ਚਿਹਰਾ ਹੁੰਦਾ ਹੈ। ਤੇ ਕਹਿੰਦੇ ਜੇ ਸਤਿਗੁਰੂ ਇੰਨੀ ਕੁ ਸਮਰੱਥਾ ਬਖਸ਼ ਦੇਣ ਗੁਰੂ ਕੇ ਸਿੱਖਾ, ਤੂੰ ਹਾਥੀ ਖਰੀਦਣ ਜੋਗਾ ਹੋ ਜਾਏ, ਤੇ ਉਸ ਵੇਲੇ ਗੁਰੂ ਚਰਨਾਂ ਵਿੱਚ ਅਰਦਾਸ ਕਰੀ ਹਾਥੀ ਖਰੀਦ ਕੇ ਕਿ ਗੁਰ ਦੀਨਾ ਮਹਾਰਾਜ ਤੁਸੀਂ ਦਿੱਤਾ, ਤੁਹਾਡੀ ਬਖਸ਼ਿਸ਼ ਹੈ, ਇਹ ਹਾਥੀ ਜਿਹੜਾ ਮੈਨੂੰ ਦਿੱਤਾ, ਸੁਫਲਾ ਕਾਮ ਮਨ ਹੈ ਆਦੇਸ਼। ਤੇ ਮਹਾਰਾਜ ਮੇਰੇ ਹੁਣ ਸਾਰੇ ਕਾਰਜ ਵੀ ਸਫਲੇ ਹੋ ਜਾਣ, ਹਾਥੀ ਦੀ ਖਰੀਦਦਾਰੀ ਵਾਲਾ ਕਾਰਜ ਵੀ ਸਫਲ ਹੋ ਜਾਵੇ,
ਤੇ ਮੰਨੈ ਆਦੇਸ਼, ਤੇ ਹਾਥੀ ਵੀ ਇੰਨਾ ਕੁ ਸਿਆਣਾ ਮਿਲੇ ਮੇਰਾ ਆਦੇਸ਼ ਮੰਨੇ ਇਹ, ਮੈਂ ਜਿੱਧਰ ਨੂੰ ਮੋੜਾਂ। ਮਹਾਵਤ ਉਹਦੇ ਉੱਪਰ ਬੈਠਾ ਹੁੰਦਾ ਨਾ, ਉਹਦੇ ਕੰਨਾਂ ਕੋਲ ਲੱਤਾਂ ਜਾਂ ਕੱਢ ਕੇ, ਤੇ ਉਹ ਜਿੱਧਰ ਨੂੰ ਲੱਤ ਜੀ ਮਾਰਦਾ, ਇਸ਼ਾਰਾ ਕਰਦਾ, ਉਧਰੇ ਨੂੰ ਮੁੜ ਜਾਂਦਾ। ਉਹਦੇ ਸਿਰ ਦੇ ਉੱਤੇ ਕੁੰਡਾ, ਤੇ ਇਸ ਤਰ੍ਹਾਂ ਉਹਨੂੰ ਉਹੀ ਉਹਨਾਂ ਦਾ ਸਟੀਅਰਿੰਗ ਹੁੰਦਾ, ਉਹਨੂੰ ਜਿੱਧਰ ਨੂੰ ਮੋੜਨਾ ਚਾਹੁੰਦੇ ਆ ਮੋੜ ਲੈਂਦੇ ਆ ਮਹਾਵਤ। ਤੇ ਕਹਿੰਦੇ ਇੱਦਾਂ ਦਾ ਹਾਥੀ ਮਿਲੇ, ਸਿਆਣਾ ਹੋਵੇ, ਚੰਗਾ ਹੋਵੇ, ਮਦਮਸਤ ਨਾ ਹੋਵੇ, ਕਿਉਂਕਿ ਇੱਕ ਮਦਮਸਤ ਹਾਥੀ ਹੁੰਦੇ ਆ ਉਹ ਕਹਿਣਾ ਨਹੀਂ ਮੰਨਦੇ, ਉਹ ਜਿੱਥੇ ਕਿੱਥੇ ਜਾ ਕੇ ਚਿੱਕੜ ਦੇ ਵਿੱਚ ਲੇਟ ਜਾਂਦੇ ਆ, ਉਹ ਭਰ ਭਰ ਕੇ ਆਪਣੀ ਸੁਣਨਾ ਤੇ ਆਪਣੇ ਤਨ ਦੇ ਉੱਤੇ ਪਾਈ ਜਾਂਦੇ ਆ। ਗੁਰਬਾਣੀ ਵਿੱਚ ਵੀ ਇਹ ਬੜੀ ਵਾਰ ਇਸ਼ਾਰਾ ਆਇਆ, ਜਿਉ ਕੁੰਚਰ ਇਸ਼ਨਾਨ ਆਉਂਦਾ ਨਾ, ਤੀਰਥ ਵਰਤ ਅਰਦਾਨ ਕਰ ਮਨ ਮੈਂ ਧਰੈ ਗੁਮਾਨ, ਨਾਨਕ ਨਿਹਫਲ ਜਾਤ ਤੇ ਜਿਉ ਕੁੰਚਰ ਇਸ਼ਨਾਨ। ਉਹ ਇਸ਼ਨਾਨ ਕਰ ਵੀ ਲਏਗਾ, ਪਰ ਫਿਰ ਉਹ ਗਾਰ ਦੀ ਭਰ ਕੇ ਨਾ, ਗੰਦੇ ਪਾਣੀ ਦੀ ਭਰ ਕੇ ਸੁੰਡ ਤੇ ਆਪਣੇ ਉੱਪਰ ਪਾ ਲੈਂਦਾ ਤਨ ਦੇ ਉੱਤੇ। ਇਸ ਕਰਕੇ ਗਜ ਦਾ ਇਸ਼ਨਾਨ, ਹਾਥੀ ਦਾ ਇਸ਼ਨਾਨ ਉਹ ਨਿਹਫਲ ਹੀ ਹੁੰਦਾ। ਤੇ ਕਹਿੰਦਾ ਮਦਮਸਤ ਨਾ ਹੋਵੇ, ਮੇਰਾ ਆਦੇਸ਼ ਮੰਨਣ ਵਾਲਾ ਹੋਵੇ, ਇੱਦਾਂ ਦਾ ਹਾਥੀ ਸਤਿਗੁਰੂ ਜੀ ਮੈਨੂੰ ਬਖਸ਼ਿਸ਼ ਕਰੋ। ਤੇ ਆਦੇਸ਼ ਨਾਮ ਨਮਸਕਾਰ ਕਰਨ ਦਾ ਵੀ ਹੈ। ਕਹਿੰਦੇ ਜਦੋਂ ਮੈਂ ਜਾਵਾਂ ਜਿਹੜੇ ਪਾਸੇ, ਜਿਹੜੇ ਕਾਰਜ ਨੂੰ ਨਿਕਲਾਂ, ਉਹ ਹਾਥੀ ਦੇ ਉੱਤੇ ਅਸਵਾਰਾ ਕਰਕੇ, ਤੇ ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਮੇਰਾ ਉਹ ਕੰਮ ਵੀ ਸਫਲਾ ਹੋ ਜਾਏ, ਕਾਰਜ ਵੀ ਰਾਸ ਹੋ ਜਾਏ। ਤੇ ਮਨ ਹੈ ਆਦੇਸ਼, ਲੋਕ ਮੈਨੂੰ ਆਦੇਸ਼ ਕਰਨ, ਨਮਸਕਾਰ ਕਰਨ ਝੁਕ ਝੁਕ ਕੇ। ਤ੍ਰੈ ਪੰਜਾ ਚਿਤ ਥੰਮਨ ਮੈਂ ਦਰਿਆਉ ਥੰਮ ਪਰਵਾਹੋ, ਮਨ ਅਸਾਹੋ। ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਜਿਹੜਾ ਚਿੱਤ ਦਾ ਪ੍ਰਵਾਹ ਨਾ, ਜਿਵੇਂ ਦਰਿਆ ਦੇ ਪਾਣੀ ਦਾ ਵੇਗ ਹੁੰਦਾ, ਵਗਦਾ ਬੜੀ ਤੇਜ਼ੀ ਦੇ ਨਾਲ, ਇਸ ਤਰ੍ਹਾਂ ਮਨ ਦਾ ਪ੍ਰਵਾਹ ਇਹ ਰੁਕਦਾ ਨਹੀਂ, ਭੱਜਿਆ ਹੀ ਰਹਿੰਦਾ। ਕੱਲ ਵੀ ਸੁਣਿਆ ਸੀ ਨਾ, ਚਲ ਦਲ ਪੱਤਰ ਪਤਾਕ ਪਟ ਦਾਮਨ ਕੱਛਪ ਮਾਥ, ਭੂਤ ਦੀਪ ਦੀਪਕ ਸਿਖਾ ਯਾਉ ਮਨ ਬਿਰਤ ਅਨਾਥ, ਕਬਹੂ ਜੀਅੜਾ ਊਬ ਚੜਤ ਹੈ ਕਬਹੂ ਜਾਏ ਪਾਇਆਲੇ, ਲੋਭੀ ਜੀਅੜਾ ਥਿਰ ਨਾ ਰਹਿਤ ਹੈ ਚਾਰੇ ਕੁੰਡਾ ਭਾਲੇ। ਇਹ ਭੱਜਿਆ ਹੀ ਰਹਿੰਦਾ, ਦਰਿਆ ਦੇ ਵਹਿਣ ਵਾਂਗੂ ਵਗਦਾ ਹੀ ਰਹਿੰਦਾ ਹੈ। ਤੇ ਇਹਨੂੰ ਥੰਬਣ ਦੇ ਲਈ, ਰੋਕਣ ਦੇ ਲਈ, ਟਿਕਾਓ ਦੇ ਲਈ, ਇਸ ਸਥਿਤੀ ਦੇ ਲਈ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰਨੀ ਆ। ਮਹਾਰਾਜ ਸੱਚੇ ਪਾਤਸ਼ਾਹ ਅਸਾਹੋ, ਜੋ ਅਸਾਂ ਦਾ ਜੋ ਮੇਰਾ ਇਹ ਮਨ ਹੈ ਇਹ ਟਿਕ ਜਾਵੇ। ਇਹਦਾ ਜਿਹੜਾ ਹਾਥੀ ਵਰਗਾ ਵੇਗ ਆ ਨਾ, ਜਿਹੜਾ ਸਾਹ ਲਏ ਤੋਂ ਬਿਨਾਂ ਹੀ ਇੱਕ ਤਾਰ ਤੁਰਿਆ ਜਾਵੇ, ਵੈਰਾਗਵਾਨ ਹੋ ਜਾਵੇ ਮੇਰਾ ਮਨ, ਜਿਹੜਾ ਉਹ ਸਿੱਧਾ ਹੋ ਜਾਵੇ, ਉਹ ਜਿਹੜੀਆਂ ਟੇਢੀਆਂ ਮੇਢੀਆਂ ਗੱਲਾਂ ਜਾਂ ਕਰਨੀਆਂ ਛੱਡ ਦੇਵੇ, ਤੇ ਇਸ ਕਰਕੇ ਸਿੱਧਾ ਸਰਲ ਹੋ ਕੇ ਤੁਹਾਡੇ ਚਰਨਾਂ ਨਾਲ ਜੁੜ ਜਾਵੇ। ਮਨ ਦਾ ਵੇਗ ਰੋਕਣ ਦੇ ਲਈ ਗੁਰੂ ਚਰਨਾਂ ਵਿੱਚ ਇਹ ਅਰਦਾਸ ਜਿਹੜੀ ਹੈ 53 ਨੰਬਰ ਕਰਨੀ ਹੈ। ਇਸ ਤੋਂ ਉਪਰੰਤ ਜਿਵੇਂ ਅੱਗੇ ਪ੍ਰਸੰਗ ਆਵੇਗਾ, ਆਪਾਂ ਗੁਰੂ ਕਿਰਪਾ ਸਦਕਾ ਕੱਲ੍ਹ ਦੇ ਦਿਨ ਸ਼ਾਮ ਦੇ ਦੀਵਾਨ ਦੇ ਵਿੱਚ ਫਿਰ ਇਸੇ ਤਰ੍ਹਾਂ ਇਹਦੀ ਵਿਆਖਿਆ ਸਰਵਣ ਕਰਾਂਗੇ। ਸਤਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰਨ। ਵਿਚਾਰਾਂ ਦੌਰਾਨ ਸਤਿਗੁਰੂ ਦੇ ਇਤਿਹਾਸ ਦੀ ਕਥਾ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਆਪ ਸਮੂਹ ਸੰਗਤਾਂ ਨੇ ਖਿਮਾ ਬਖਸ਼ਿਸ਼ ਕਰਨੀ, ਅੱਗੇ ਵਾਸਤੇ ਸਮੱਤ ਬਖਸ਼ਣੀ ਜੀ। ਦੇਹੋ ਸੱਜਣ ਅਸੀਸੜੀਆਂ, ਜਿਉ ਹੋਵੈ ਸਾਹਿਬ ਸਿਉ ਮੇਲ। ਥੰਮਨ ਮੈਂ ਦਰਿਆਓ ਥੰਬ ਪ੍ਰਵਾਹੋ, ਮਨ ਅਸਾਹੋ। हे गोविंद हे गोपाल हे दयाल लाल, प्राणनाथ अनाथ सखे दीन दर्द नवार। हे समर्थ आगम पूरन मोहे मया तार, अंधकूप महाभयान नानक पार उतार। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ ਤੁਮ ਕਹੈ